ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮਕਾਰ ਜੋਰੀ ਨਮਕਾਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਓਤਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਦਰਬਾਰ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ।
ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਉਂਦੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਸ਼ਰਵਣ ਕਰ ਰਹੇ ਹਾਂ। ਸੱਚੇ ਸਤਿਗੁਰਾਂ ਨੂੰ ਮਿਲਣ ਵਾਸਤੇ ਗੁਰੂ ਕੇ ਸਿੱਖ ਚੱਲ ਕਰਕੇ ਆਉਂਦੇ, ਆਪਣੀਆਂ ਜੋ ਮਨੋ ਭਾਵਨਾ ਹਨ ਆ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਅੱਗੇ ਪ੍ਰਗਟ ਕਰਦੇ। ਏਦਾਂ ਹੀ ਭਾਈ ਫਿਰਨਾ ਜੀ, ਭਾਈ ਬਹਿਲ ਜੀ ਔਰ ਭਾਈ ਜੇਠਾ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਸ ਆਏ। ਜੋਰ ਹਾਥ ਨਿਜ ਅਰਜ ਗੁਜ਼ਾਰੀ। ਦੋਨੋਂ ਹੱਥ ਜੋੜ ਕਰਕੇ ਤਿੰਨਾਂ ਹੀ ਗੁਰਸਿੱਖਾਂ ਨੇ ਬੇਨਤੀ ਕੀਤੀ, ਗੁਰੂ ਗਰੀਬ ਨਿਵਾਜ ਬਤਾਵ, ਹਮਰੇ ਉਰ ਸੰਦੇਹ ਮਟਾਵ। ਮਹਾਰਾਜ ਆਪ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਆਪ ਜੀ ਕਿਰਪਾ ਕਰਕੇ ਜੋ ਸਾਡੇ ਮਨ ਦਾ ਸ਼ੰਕਾ ਹੈ ਉਸ ਨੂੰ ਦੂਰ ਕਰੋ, ਨਿਵਰਤ ਕਰੋ। ਮਹਾਰਾਜ ਜੀਆਂ ਨੇ ਪੁੱਛਣਾ ਕੀਤਾ, ਦੱਸੋ ਭਾਈ ਗੁਰਸਿੱਖੋ ਕੀ ਸ਼ੰਕਾ ਹੈ। ਕੇਤਕ ਸਿਮਰਾ ਹੈ ਰਾਮ ਸੋ ਨਾਮ, ਕੇਤਕ ਕ੍ਰਿਸ਼ਨ ਹਰੇ ਕਮਸਾਨ। ਮਹਾਰਾਜ ਕਿੰਨੇ ਲੋਕ ਹੀ ਤਾਂ ਰਾਮ 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 ਜਪਦੇ ਨੇ, ਕਿੰਨੇ ਲੋਕ ਕ੍ਰਿਸ਼ਨ ਹਰੇ 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 ਕ੍ਰਿਸ਼ਨ ਏਦਾਂ ਜਪਦੇ ਨੇ। ਕੇਤਕ ਓੰਗ ਕੇਤਨ ਸੋਹੰ, ਕਿੰਨੇ ਹੀ ਓੰਗ ਓੰਗ ਜਪ ਰਹੇ ਨੇ ਔਰ ਕਿੰਨੇ ਹੀ ਸੋਹੰ ਸੋਹੰ ਜਪ ਰਹੇ ਨੇ। ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ, ਅਸੀਂ ਕਿਹੜਾ ਨਾਮ ਜਪਣਾ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੁਣ ਸ੍ਰੀ ਮੁਖ ਤੇ ਹੁਕਮ ਬਖਾਨਾ, ਸਿਮਰਹੁ ਵਾਹਿਗੁਰੂ ਦੁਖ ਹਾਨਾ। ਮਹਾਰਾਜ ਕਹਿੰਦੇ, ਭਾਈ ਗੁਰਸਿੱਖੋ, ਨਾਮ ਸਾਰੇ ਹੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹਨ, ਪਰ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਕਰੋ, ਕਿਉਂਕਿ ਵਾਹਿਗੁਰੂ ਸ਼ਬਦ ਦੇ ਵਿੱਚ ਚੌਂ ਯੁਗਾਂ ਦੀ ਸ਼ਕਤੀ ਹੈ। ਜਿਸ ਸਮੇਂ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਉੱਪਰ 36 ਯੁੱਗ ਬਤੀਤ ਹੋ ਗਏ ਸਨ, ਕੋਈ ਵੀ ਜੂਨ ਪ੍ਰਗਟ ਨਹੀਂ ਹੋਈ, ਕੋਈ ਜੀਵ ਪ੍ਰਗਟ ਨਹੀਂ ਹੋਇਆ, ਕੇਵਲ ਪਾਣੀ ਹੀ ਪਾਣੀ ਔਰ ਧੁੰਦ ਹੀ ਧੁੰਦ ਸੀ। ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਵਾਹਿਗੁਰੂ ਸ਼ਬਦ ਉਚਾਰਨ ਕੀਤਾ ਸੀ। 9 ਯੁਗਾਂ ਦੇ ਬਾਅਦ ਇੱਕ ਸ਼ਬਦ ਬਣਾਇਆ ਜਾਂਦਾ ਸੀ ਤੇ 9 ਚੌਕੇ 36, 36 ਯੁਗਾਂ ਦੇ ਬਾਅਦ ਇਹ 4 ਸ਼ਬਦ ਬਣਾਏ ਗਏ, ਵਾਹ ਵਾਹ ਹਾ ਹਾ ਗੱਗਾ ਤੇ ਰਾਰਾ। ਵਾਹਿਗੁਰੂ ਸ਼ਬਦ ਬਣਾ ਕਰਕੇ ਸੁਨ ਸਭ ਸੰਤਨ ਕੇ ਮਨ ਭਾਇਓ। ਜਦੋਂ ਮਹਾਰਾਜ ਜੀਆਂ ਨੇ ਵਾਹਿਗੁਰੂ ਸ਼ਬਦ ਬਣਾਇਆ ਨਾ, ਫਿਰ ਨਾਮ ਜਪਣ ਵਾਲਿਆਂ ਨੇ ਜਦੋਂ ਆਪਣੇ ਮੁਖ ਤੋਂ ਵਾਹਿਗੁਰੂ ਉਚਾਰਨ ਕੀਤਾ ਤੇ ਐਸੀ ਸ਼ਕਤੀ ਦੀ ਐਸੀ ਬਖਸ਼ਿਸ਼ ਹੋਈ ਕਿ ਤਪਦਿਆਂ ਹਿਰਦਿਆਂ ਤੱਕ ਠੰਡ ਪਹੁੰਚੀ ਹੈ। ਭੁੱਲਿਆਂ ਭਟਕਿਆਂ ਨੂੰ ਰਸਤਾ ਦਿਖਾਈ ਦਿੱਤਾ ਹੈ। ਅਗਿਆਨ ਦੇ ਹਨੇਰੇ ਵਿੱਚ ਫਸੇ ਹੋਏ ਜੀਵਾਂ ਨੂੰ ਗਿਆਨ ਦੀ ਰੋਸ਼ਨੀ ਦਿਖਾਈ ਦਿੱਤੀ ਸੀ। ਨਿਜ ਸਿੱਖਣ ਕੋ ਕਰ ਉਪਦੇਸ਼। ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਇਹ ਉਪਦੇਸ਼ ਬਖਸ਼ਿਆ ਹੈ ਕਿ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਸਿਮਰਤ ਕਾਟੇ ਬੰਦ ਕਲੇਸ਼। ਵਾਹਿਗੁਰੂ ਜਪਣ ਦੇ ਨਾਲ ਕੀ ਹੋਵੇਗਾ? ਮਹਾਰਾਜ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਜੋ ਜਨਮਾਂ ਮਰਨਾਂ ਦੇ ਬੰਧਨ ਹਨ, ਜੀਵਨ ਦੇ ਰੋਗ ਸੋਗ ਕਲੇਸ਼ ਹਨ, ਸਾਰੇ ਹੀ ਮਿਟ ਜਾਵਣਗੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖਾਂ ਤਾਈਂ ਉਪਦੇਸ਼ ਦਿੱਤਾ ਹੈ ਕਿ ਵਾਹਿਗੁਰੂ ਸ਼ਬਦ ਨੂੰ ਜਪਣਾ ਹੈ। ਇਹਨਾਂ ਸ਼ਬਦਾਂ ਨੂੰ ਉਚਾਰਨ ਕਰਦੇ ਰਹੇ ਗੁਰਸਿੱਖ ਅੰਤ ਸਮੇਂ ਨੀਕੋ ਸੁਖ ਲਹੇ। ਤੇ ਜਦੋਂ ਅੰਤਲਾ ਸਮਾਂ ਆਇਆ, ਜੀਵਨ ਦੇ ਅੰਦਰ ਵੀ ਬੜੇ ਸੁਖੀ ਵਸੇ। ਅੰਤਲਾ ਸਮਾਂ ਆਇਆ
ਤਿਨ ਕੋ ਮਿਲੇ ਸੋ ਗੁਰਮਤਿ ਪਾਈ, ਜਹ ਕਹਿ ਸਿੱਖੀ ਜਗ ਬਿਦਤਾਈ। ਪਰ ਸੰਗਤ ਜੀ ਜਿੱਥੇ ਕਿਤੇ ਵੀ ਇਹ ਜਾਂਦੇ ਆਉਂਦੇ ਰਹੇ ਆਪਣੇ ਨਿੱਜੀ ਕੰਮਾਂ ਕਾਰਾਂ ਵਾਸਤੇ, ਇਹਨਾਂ ਦੇ ਜੀਵਨ ਨੂੰ ਵੇਖ ਵੇਖ ਕੇ ਹੋਰ ਵੀ ਬੜਿਆਂ ਲੋਕਾਂ ਨੇ ਗੁਰਸਿੱਖੀ ਧਾਰਨ ਕੀਤੀ ਤੇ ਅੰਤਲੇ ਸਮੇਂ ਇਹਨਾਂ ਨੇ ਸੁਖ ਪਾਇਆ ਹੈ। ਜਨਮਾਂ ਮਰਨਾਂ ਦੇ ਬੰਧਨਾਂ ਤੋਂ ਗੇੜੇ ਚੋਂ ਨਿਕਲੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈ ਹੈ। ਕੱਲ੍ਹ ਦੀਆਂ ਦੀਵਾਨਾਂ ਵਿੱਚ ਐਸੀ ਕਥਾ ਵਿਚਾਰ ਆਈ ਸੀ ਕਿ ਵਾਹਿਗੁਰੂ ਸ਼ਬਦ ਬੜਾ ਵੱਡਾ, ਬੜੀ ਸੋਭਾ ਵਾਲਾ ਮਹਾਨ ਸ਼ਬਦ ਹੈ, ਜਿਸ ਨੂੰ ਜਪ ਜਪ ਕੇ ਪਾਰ ਉਤਾਰਾ ਹੋ ਸਕਦਾ ਹੈ, ਲੋਕ ਪ੍ਰਲੋਕ ਸਵਰ ਸਕਦਾ ਹੈ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆ ਰਿਹਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਿਸਾ ਗੋਪੀ ਤੁਲਸੀਆ, ਭਾਰਦੁਆਜੀ ਪਿੱਪਰ, ਗੋਇੰਦ ਕਹੀ ਪਾਇੜਾ, ਆਏ ਮਿਲ ਕਰ ਛਿਪਰ। ਵਿਸਾ ਗੋਪੀ ਤੁਲਸੀਆ, ਭਾਰਦੁਆਜੀ ਪਿੱਪਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਇਹ ਭਾਈ ਵਿਸਾ ਜੀ, ਭਾਈ ਗੋਪੀ ਜੀ, ਜੋ ਤੁਲਸੀਆ ਜਾਤ ਗੋਤ ਦੇ ਵਿਪਰ ਭਾਵ ਪੰਡਤ ਹਨ, ਭਾਈ ਗੋਇੰਦ ਜੀ ਜੋ ਘਈ ਜਾਤ ਗੋਤ ਨਾਲ ਸੰਬੰਧ ਰੱਖਣ ਵਾਲੇ, ਇਹ ਸਾਰੇ ਭਾਈਆਂ ਦੇ ਵਾਂਗ ਮਿਲ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆਂ ਦੇ ਕੋਲ ਆਏ ਨੇ। ਗੋਇੰਦ ਕਹੀ ਭਾਈੜਾ, ਆਏ ਮਿਲ ਕਰ ਛਿਪਰ। ਇਹ ਭਾਈ ਗੋਇੰਦ ਜੀ ਜੋ ਘਈ ਜਾਤ ਗੋਤ ਦੇ ਨੇ, ਭਾਈੜਾ ਭਾਵ ਭਾਈ ਬਣ ਕੇ ਭਾਈਆਂ ਦੇ ਵਾਂਗ ਸੰਗਤ ਦੇ ਵਿੱਚ ਆ ਕਰਕੇ ਬੈਠੇ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਬਰਾਜੇ ਹਨ। ਚੌਪਈ ਬੰਧਨਕਾਰ ਬੈਠੇ ਸਭ ਪਾਸ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੰਦਨਾ ਨਮਸਕਾਰ ਇਹਨਾਂ ਗੁਰਸਿੱਖਾਂ ਨੇ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਆ ਬੈਠੇ ਨੇ। ਹੱਥ ਜੋੜ ਕੀਨੀ ਅਰਦਾਸ। ਸਾਰਿਆਂ ਗੁਰਸਿੱਖਾਂ ਨੇ ਹੱਥ ਜੋੜ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਸੁਣਾਈਏ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਵੀ ਆਪ ਜੀਆਂ ਦੇ ਦਰ ਤੇ ਆਉਂਦਾ ਹੈ ਸੁਖ ਪਾਉਂਦਾ ਹੈ। ਆਪ ਜੀਆਂ ਅੱਗੇ ਆ ਕਰਕੇ ਸਵਾਲ ਕਰਦਾ ਹੈ ਔਰ ਆਪ ਜੀ ਐਸਾ ਉੱਤਰ ਉਪਦੇਸ਼ ਬਖਸ਼ਦੇ ਹੋ ਕਿ ਲੋਕ ਪਰਲੋਕ ਸਵਰ ਜਾਂਦਾ ਹੈ। ਕਿਰਪਾ ਕਰਕੇ ਸਾਨੂੰ ਵੀ ਸੁਣਾਵੋ ਜੀ। ਤਵੈ ਸ਼ਬਦਨ ਮਹਿ ਸੰਸੈ ਪਾਈਏ। ਮਹਾਰਾਜ ਦੋ ਸ਼ਬਦ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ। ਦੋ ਐਸੇ ਸ਼ਬਦ ਲਿਖੇ ਨੇ ਜੋ ਮਨ ਵਿੱਚ ਸ਼ੰਕਾ ਪਾਉਂਦੇ ਹਨ। ਨਾਮਦੇਵ ਜਨ ਸ਼ਬਦ ਸੁਨਾਏ। ਇਹ ਦੋਨੇ ਸ਼ਬਦ ਹੀ ਭਗਤ ਨਾਮਦੇਵ ਜੀਆਂ ਦੇ ਬਣਾਏ ਹੋਏ ਨੇ। ਤਵੈਥਲ ਰਾਗਨ ਵਿਖੇ ਟਿਕਾਏ। ਤੇ ਵੱਖੋ ਵੱਖਰਿਆਂ ਰਾਗਾਂ ਦੇ ਵਿੱਚ ਇਹ ਦੋ ਥਾਵਾਂ ਤੇ ਇੱਕੋ ਸ਼ਬਦ ਹੀ ਲਿਖਿਆ ਹੈ। ਦੋਨੋਂ ਮੈਂ ਵਿਰੋਧ ਦਿਖ ਪਾਏ। ਪਰ ਇੱਕ ਥਾਂ ਦੇ ਉੱਪਰ ਭਗਤ ਨਾਮਦੇਵ ਜੀ ਵਿਰੋਧ ਕਰ ਰਹੇ ਨੇ ਔਰ ਇੱਕ ਥਾਂ ਦੇ ਉੱਪਰ ਭਗਤ ਨਾਮਦੇਵ ਜੀ ਬੜਾ ਸਨਮਾਨ ਕਰ ਰਹੇ ਨੇ, ਬੜਾ ਸਤਿਕਾਰ ਦੇ ਰਹੇ ਨੇ। ਇੱਕ ਭਗਤ ਕੇ ਦੋ ਸੁਖਾਏ। ਮਹਾਰਾਜ ਇੱਕੋ ਭਗਤ ਭਗਤ ਨਾਮਦੇਵ ਜੀਆਂ ਦਾ ਜੋ ਇਹ ਸ਼ਬਦ ਹੈ ਦੋ ਥਾਵਾਂ ਤੇ ਲਿਖਿਆ ਹੈ। ਇੱਕ ਥਾਂ ਤੇ ਉਹੀ ਸ਼ਬਦ ਸ਼੍ਰੀ ਰਾਮਚੰਦਰ ਜੀਆਂ ਦਾ ਵਿਰੋਧ ਕਰ ਰਿਹਾ ਹੈ ਔਰ ਦੂਸਰੇ ਥਾਂ ਤੇ ਉਹੀ ਸ਼ਬਦ ਸ਼੍ਰੀ ਰਾਮਚੰਦਰ ਜੀਆਂ ਦੀ ਮਹਿਮਾ ਕਰਦਾ ਹੈ। ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ। ਕਿ ਜਦੋਂ ਭਗਤ ਨਾਮਦੇਵ ਜੀ ਦੇ ਨਾਲ ਪੰਡਤ ਦੀ ਬ੍ਰਾਹਮਣ ਦੀ ਵਿਚਾਰ ਚਰਚਾ ਹੋਈ ਹੈ। ਬ੍ਰਾਹਮਣ ਨੇ ਸ਼੍ਰੀ ਰਾਮਚੰਦਰ ਜੀਆਂ ਦੀ ਬੜੀ ਵਡਿਆਈ ਕੀਤੀ, ਉਸਤਤ ਕੀਤੀ
ਔਰ ਭਗਤ ਨਾਮਦੇਵ ਜੀਆਂ ਨੇ ਇਸ ਪ੍ਰਕਾਰ ਆਖਿਆ, ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਤਾਂ। ਉਹ ਪਾਂਡੇ ਚੁੱਪ ਕਰ ਜਾ, ਜਿਸ ਰਾਮਚੰਦਰ ਜੀ ਦੀ ਤੂੰ ਮਹਿਮਾ ਕਰਦਾ ਏ, ਵਡਿਆਈ ਕਰਦਾ ਏ, ਮੈਂ ਉਹ ਵੀ ਸੰਸਾਰ ਤੇ ਆਉਂਦਾ ਵੇਖਿਆ ਹੈ, ਰੋਂਦਾ ਵੇਖਿਆ ਹੈ। ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਕਿ ਜਦੋਂ ਸ਼੍ਰੀ ਰਾਮਚੰਦਰ ਜੀ ਇਸ ਪ੍ਰਕਾਰ ਰਾਵਣ ਦੇ ਨਾਲ ਟੱਕਰ ਲਈ ਹੈ, ਰਾਮ ਦੇ ਨਾਲ ਯੁੱਧ ਜੰਗ ਹੋਇਆ ਹੈ, ਜਦੋਂ ਰਾਵਣ ਸੇਤੀ ਸਰਬਰ ਹੋਈ, ਭਾਵ ਇੱਕ ਦੂਜੇ ਉੱਪਰ ਇਹਨਾਂ ਨੇ ਤੀਰਾਂ ਦੀ ਬਾਰਿਸ਼ ਕੀਤੀ ਹਨ, ਘਰ ਕੀ ਜੋਏ ਗਵਾਈ ਥੀ। ਤੇਰੇ ਰਾਮਚੰਦਰ ਨੇ ਆਪਣੇ ਘਰ ਵਾਲੀ ਗਵਾ ਲਈ ਸੀ। ਜਿਹੜੇ ਬੰਦੇ ਨੇ ਆਪਣੇ ਘਰ ਵਾਲੀ ਗਵਾ ਲਈ ਤੇ ਉਹ ਭਲਾ ਕਿਸੇ ਦਾ ਕੀ ਪਾਰ ਉਤਾਰਾ ਕਰ ਦੇਵੇਗਾ, ਉਹ ਕਿਸੇ ਦਾ ਕੀ ਘਰ ਵਸਾ ਦੇਵੇਗਾ ਜਿਹਦੇ ਆਪਣੇ ਘਰ ਵਾਲੀ ਕੋਲ ਨਹੀਂ। ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਇਹ ਸ਼ਬਦ ਹੈ। ਗੁਰੂ ਸਿੱਖਾਂ ਨੇ ਆ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਪੁੱਛਿਆ ਹੈ ਕਿ ਮਹਾਰਾਜ ਭਗਤ ਨਾਮਦੇਵ ਜੀ ਐਸਾ ਸ਼ਬਦ ਉਚਾਰਦੇ ਨੇ ਕਿ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਕਿ ਜਦੋਂ ਰਾਮ ਔਰ ਰਾਵਣ ਦਾ ਜੰਗ ਯੁੱਧ ਹੋਇਆ ਹੈ ਨਾ, ਤੇ ਇਸ ਪ੍ਰਕਾਰ ਘਰ ਕੀ ਜੋਏ ਗਵਾਈ ਥੀ। ਤੇ ਰਾਮਚੰਦਰ ਜੀਆਂ ਨੇ ਆਪਣੇ ਘਰ ਵਾਲੀ ਜੋ ਸੀਤਾ ਹੈ ਉਹ ਗਵਾ ਲਈ ਸੀ। ਜਸਰਥ ਰਾਏ ਨੰਦ, ਰਾਜਾ ਮੇਰਾ ਰਾਮਚੰਦ। ਇਸ ਪ੍ਰਕਾਰ ਫਿਰ ਦੂਸਰੇ ਸ਼ਬਦ ਦੇ ਵਿੱਚ ਉਹੀ ਭਗਤ ਨਾਮਦੇਵ ਜੀ ਐਸਾ ਕਹਿ ਰਹੇ ਨੇ ਕਿ ਜਸਰਥ ਰਾਏ ਨੰਦ, ਜੋ ਜਸਰਥ ਰਾਜਾ ਹੈ ਉਸ ਦਾ ਜੋ ਪੁੱਤਰ ਹੈ ਰਾਜਾ ਮੇਰਾ ਰਾਮਚੰਦ। ਭਗਤ ਨਾਮਦੇਵ ਜੀ ਕਹਿੰਦੇ ਉਹੀ ਮੇਰਾ ਰਾਜਾ ਹੈ ਜੋ ਸ਼੍ਰੀ ਰਾਮਚੰਦਰ ਹੈ। ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਕਿ ਐਸੇ ਸ਼੍ਰੀ ਰਾਮਚੰਦਰ ਜੀਆਂ ਨੂੰ ਭਗਤ ਨਾਮਦੇਵ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ ਤੇ ਨਮਸਕਾਰ ਕਰਕੇ ਅੰਮ੍ਰਿਤ ਰਸ ਪੀਂਦਾ ਹਾਂ। ਚੌਪਈ ਪ੍ਰਥਮ ਸ਼ਬਦ ਮਹਿ ਜਾਨੀ ਪਰੈ। ਇਸ ਪ੍ਰਕਾਰ ਮਹਾਰਾਜ ਜੋ ਪਹਿਲਾ ਸ਼ਬਦ ਉਚਾਰਿਆ ਸੀ ਨਾ, ਕਿ ਜਿਸ ਦੇ ਵਿੱਚ ਇਹ ਆਖਿਆ ਸੀ ਕਿ ਪਾਂਡੇ ਸੇਤੀ, ਕਿ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ। ਕਿਤੇ ਤੇ ਭਗਤ ਨਾਮਦੇਵ ਜੀ ਚੁੱਪ ਕਰਵਾ ਰਹੇ ਨੇ ਪੰਡਤਾਂ ਨੂੰ ਕਿ ਚੁੱਪ ਕਰੋ ਪੰਡਤੋ, ਤੁਹਾਡਾ ਸ਼੍ਰੀ ਰਾਮਚੰਦਰ ਮੈਂ ਸੰਸਾਰ ਤੇ ਆਉਂਦਾ ਵੇਖਿਆ ਹੈ। ਔਰ ਜਦੋਂ ਇਸ ਪ੍ਰਕਾਰ ਲਛਮਣ ਦੇ ਨਾਲੋਂ ਵਿਛੋੜਾ ਪਿਆ ਹੈ ਤੇ ਜੰਗਲਾਂ ਦੇ ਵਿੱਚ ਰੋਂਦਾ ਵੇਖਿਆ ਹੈ। ਔਰ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਤੇ ਜਦੋਂ ਰਾਵਣ ਦੀ ਔਰ ਸ਼੍ਰੀ ਰਾਮ ਦੀ ਆਪਸ ਵਿੱਚ ਲੜਾਈ ਹੋਈ ਹੈ, ਉਦੋਂ ਉਸ ਲੜਾਈ ਦੇ ਵਿੱਚ ਰਾਵਣ ਨੇ ਜੋ ਸੀਤਾ ਹੈ ਉਹ ਇਸ ਪ੍ਰਕਾਰ ਲੰਕਾ ਨੂੰ ਲੈ ਗਿਆ ਸੀ ਤੇ ਸ਼੍ਰੀ ਰਾਮਚੰਦਰ ਨੇ ਆਪਣੇ ਘਰ ਵਾਲੀ ਗਵਾ ਲਈ ਸੀ। ਵੇਖੋ ਸੰਗਤ ਜੀ ਕਿੱਡਾ ਇਤਫਾਕ ਹੈ ਕਿ ਅੱਜ ਦੇ ਦਿਨ ਹੀ ਦੁਸ਼ਹਿਰਾ ਹੈ ਔਰ ਦੁਸ਼ਹਿਰੇ ਦੇ ਉੱਪਰ ਹੀ ਇਹ ਕਥਾ ਆ ਰਹੀ ਹੈ, ਜਿੱਥੇ ਆਪ ਜੀ ਵੱਡਿਆਂ ਭਾਗਾਂ ਵਾਲੇ ਸੰਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨਾਂ ਦੀ ਸ਼ਰਨ ਦਾ ਨਿੱਘ ਮਾਣ ਰਹੇ ਹੋ, ਇੱਜ਼ਤ ਦੇ ਨਾਲ ਬੈਠੇ ਹੋ। ਉੱਥੇ ਹੀ ਸੰਗਤ ਜੀ ਅੱਜ ਦੇ ਦਿਨ ਜਿਹੜਾ ਇਸ ਵੇਲੇ ਕਦੇ ਨਹੀਂ ਉੱਠਿਆ ਨਾ ਤੇ ਟਰਾਲੀਆਂ 'ਚ ਚੜ੍ਹਿਆ ਹੈ, ਮੂੰਹ ਧੋ ਕੇ ਤੇ ਨਹਿਰ ਤੇ ਨੱਚ ਰਿਹਾ ਹੈ। ਐਸਿਆਂ ਲੋਕਾਂ ਦੇ ਬਾਰੇ ਸੰਗਤ ਜੀ ਹੁਣ ਕੀ ਕਹੀਏ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਨਾਮ ਨਹੀਂ ਲਿਆ, ਪੈਰ ਗੁਰੂ ਘਰ ਵੱਲ ਨੂੰ ਨਹੀਂ ਚੱਲੇ, 2-2.5 ਕਿਲੋਮੀਟਰ ਨਹਿਰ ਤੇ ਜਾ ਕੇ ਇਸ ਵੇਲੇ ਨੱਚਣਾ ਮਨਜ਼ੂਰ ਕਰ ਲਿਆ। ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਸੰਗਤ ਜੀ, ਕੋਈ ਚੰਗੇ ਕਰਮ ਨਹੀਂ। ਐਸੇ ਲੋਕ ਭੂਤਾਂ ਪ੍ਰੇਤਾਂ ਦੀ ਜੂਨ ਚੋਂ ਆਏ ਹੁੰਦੇ ਨੇ ਔਰ ਅੱਗੇ ਫੇਰ ਜਾ ਕੇ 84 ਲੱਖ ਜੂਨਾਂ ਦਾ ਗੇੜਾ ਭੋਗਦੇ ਹਨ। ਐਸੀ ਕਥਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਹੈ ਕਿ ਜਿਹੋ ਜਿਹਾ ਮਾਹੌਲ ਚੱਲ ਰਿਹਾ ਹੁੰਦਾ ਹੈ ਨਾ,
ਉਹੋ ਜੀ ਸੰਗਤ ਜੀ ਅੱਗੇ ਕਥਾ ਆ ਜਾਂਦੀ ਹੈ। ਅੱਜ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰਸਿੱਖ ਭਾਈ ਵਿਸਾ ਗੋਪੀ ਤੁਲਸੀਆ, ਭਾਈ ਗੋਇੰਦ ਘੇਈ ਜਾਤ ਗੋਤ ਦੇ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਆ ਕੇ ਬੇਨਤੀ ਕਰਦੇ, ਮਹਾਰਾਜ ਭਗਤ ਨਾਮਦੇਵ ਜੀਆਂ ਨੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਆਂ ਵਿੱਚ ਲਿਖੇ ਨੇ। ਇੱਕ ਦੇ ਵਿੱਚ ਤੇ ਸ਼੍ਰੀ ਰਾਮਚੰਦਰ ਜੀਆਂ ਦੀ ਵਡਿਆਈ ਕਰ ਰਹੇ ਨੇ ਤੇ ਇੱਕ ਦੇ ਵਿੱਚ ਸ਼੍ਰੀ ਰਾਮਚੰਦਰ ਜੀਆਂ ਦਾ ਵਿਰੋਧ ਕਰ ਰਹੇ ਨੇ। ਪ੍ਰਥਮ ਸ਼ਬਦ ਮਹਿ ਜਾਨੀ ਪਰ, ਮਹਾਰਾਜ ਜਿਹੜਾ ਪਹਿਲਾ ਸ਼ਬਦ ਉਚਾਰਿਆ ਹੈ ਨਾ, ਉਸ ਸ਼ਬਦ ਵਿੱਚ ਤੇ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਭਗਤ ਨਾਮਦੇਵ ਜੀ ਸ਼੍ਰੀ ਰਾਮਚੰਦਰ ਜੀਆਂ ਦਾ ਵਿਰੋਧ ਕਰਦੇ ਹਨ। ਤਾਰਕ ਈਸ਼ ਅਵਤਾਰਨ ਕਰੈ, ਜੋ ਅਵਤਾਰ ਹੋਇਆ ਹੈ ਤ੍ਰੇਤੇ ਯੁਗ ਦਾ, ਦੁਆਪਰ ਯੁਗ ਦਾ ਸ਼੍ਰੀ ਰਾਮਚੰਦਰ, ਉਹਦੇ ਉੱਪਰ ਤਰਕ ਕਰ ਰਹੇ ਹਨ। ਦੁਤੀਏ ਮਹਿ ਮਹਿਮਾ ਅਵਤਾਰ, ਤੇ ਦੂਸਰੇ ਸ਼ਬਦ ਵਿੱਚ ਉਸ ਅਵਤਾਰ ਦੀ ਮਹਿਮਾ ਵਡਿਆਈ ਸਲਾਹਤ ਕਰਦੇ ਨੇ। ਨਾਮਦੇਵ ਨੇ ਕੀਨ ਉਚਾਰ, ਭਗਤ ਨਾਮਦੇਵ ਜੀਆਂ ਨੇ ਇਹ ਦੋਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਆਂ ਅੰਦਰ ਉਚਾਰਨ ਕੀਤੇ ਹਨ। ਅਰਥ ਵਿਵਸਥਾ ਕੈਸੇ ਹੋਏ, ਮਹਾਰਾਜ ਕਿਰਪਾ ਕਰਕੇ ਆਪ ਜੀਆਂ ਨੂੰ ਦੱਸੋ ਕਿ ਆਪ ਜੀ ਸਾਨੂੰ ਦੱਸੋ ਅਸੀਂ ਕੀ ਅਰਥ ਜਾਣੀਏ ਜੀ। ਕਿਮ ਹਮ ਕਿਮ ਸਮਝ ਕੇ ਉਚਰਹੁ ਸੋਏ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਸਾਨੂੰ ਦੱਸੋ ਅਸੀਂ ਕੀ ਸਮਝੀਏ। ਕਿਤੇ ਤੇ ਭਗਤ ਨਾਮਦੇਵ ਜੀ ਸ਼੍ਰੀ ਰਾਮਚੰਦਰ ਜੀਆਂ ਦਾ ਵਿਰੋਧ ਕਰ ਰਹੇ ਨੇ ਔਰ ਕਿਤੇ ਉਸ ਦੀ ਵਡਿਆਈ ਕਰ ਰਹੇ, ਮਹਿਮਾ ਕਰ ਰਹੇ ਹਨ। ਸੁਣ ਸ੍ਰੀ ਅਰਜਨ ਬਾਕ ਉਚਾਰਾ, ਗੁਰਸਿੱਖਾਂ ਨੇ ਗੁਰਸਿੱਖਾਂ ਦੀ ਬੇਨਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੁਣੀ ਹੈ, ਮੁਖ ਤੋਂ ਬੋਲੇ ਹਨ। ਨਿਰਗੁਣ ਸਰਗੁਣ ਦਵੈ ਪਖ ਧਾਰਾ, ਮਹਾਰਾਜ ਕਹਿੰਦੇ ਭਾਈ ਦੋ ਹੁੰਦੇ ਨੇ, ਇੱਕ ਤੇ ਨਿਰਗੁਣ ਸਰੂਪ ਹੁੰਦਾ ਹੈ, ਇੱਕ ਸਰਗੁਣ ਸਰੂਪ ਹੁੰਦਾ ਹੈ। ਨਿਰਗੁਣ ਸਰੂਪ ਉਹ ਹੈ ਜੋ ਅਕਾਲ ਪੁਰਖ ਵਾਹਿਗੁਰੂ ਦਿਖਾਈ ਨਹੀਂ ਦਿੰਦਾ ਤੇ ਸਰਗੁਣ ਸਰੂਪ ਉਹ ਹੈ ਜਿਵੇਂ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰਸ਼ਨ ਕਰ ਰਹੇ ਹਾਂ। ਮਹਾਰਾਜ ਕਹਿੰਦੇ ਇੱਕ ਉਹ ਸਰੂਪ ਹੈ ਜੋ ਦਿਖਾਈ ਨਹੀਂ ਦਿੰਦਾ, ਜੋ ਸੱਚਖੰਡ ਵਸੈ ਨਿਰੰਕਾਰ ਹੈ, ਔਰ ਇੱਕ ਸਰੂਪ ਉਹ ਹੈ ਜੋ ਬਿਲਕੁਲ ਸਾਹਮਣੇ ਦਿਸਦਾ ਹੈ। ਦੋਨੋਂ ਕੀ ਉਪਾਸਨਾ ਨਿਆਰੀ, ਫਿਰ ਦੋਨਾਂ ਦੀ ਜਿਹੜੀ ਉਪਾਸਨਾ ਹੈ ਨਾ, ਪੂਜਾ ਹੈ, ਇਹ ਨਿਆਰੀ ਨਿਆਰੀ ਹੈ, ਵੱਖੋ ਵੱਖਰੀ ਹੈ। ਕਿਨਹੋ ਧਰੀ ਨਿਜ ਹਿਰਦੈ ਮਝਾਰੀ, ਮਹਾਰਾਜ ਕਹਿੰਦੇ ਕਿਸੇ ਨੇ ਭਾਈ ਨਿਰਗੁਣ ਸਰੂਪ ਦੀ ਉਪਾਸਨਾ ਕੀਤੀ ਹੈ ਔਰ ਕਿਸੇ ਨੇ ਸਰਗੁਣ ਸਰੂਪ ਦੀ ਪੂਜਾ ਕੀਤੀ ਹੈ। ਜੈਸੇ ਸਾਗਰ ਜਾਇ ਨਿਹਾਰੇ, ਮਹਾਰਾਜ ਕਹਿੰਦੇ ਜਿਵੇਂ ਕੋਈ ਜਾ ਕੇ ਭਾਈ ਸਾਗਰ ਨੂੰ, ਸਮੁੰਦਰ ਨੂੰ ਵੇਖ ਲਵੇ, ਜਿਸ ਤੇ ਉੱਠੇ ਤਰੰਗ ਹਜ਼ਾਰੇ, ਜਿਹਦੇ ਵਿੱਚੋਂ ਲੱਖਾਂ ਹੀ ਤਰੰਗਾਂ, ਹਜ਼ਾਰਾਂ ਹੀ ਤਰੰਗਾਂ ਛੱਲਾਂ ਉੱਪਰ ਉੱਠਦੀਆਂ ਹਨ। ਨਦੀ ਕਾ ਨਦੀ ਜਾਏ ਕਰ ਜਬਹਿ ਨਿਹਾਰੀ, ਤੇ ਕਿਤੇ ਜਾ ਕਰਕੇ ਨਦੀ ਵੇਖ ਲਵੋ, ਨਦੀ ਵਿੱਚ ਵੀ ਜਲ ਹੀ ਹੁੰਦਾ ਹੈ। ਸੋਈ ਸਾਗਰ ਤਾਹੀ ਵਿਚਾਰੀ, ਤੇ ਉਹ ਵੀ ਸਾਗਰ ਵਿੱਚੋਂ ਹੀ ਨਿਕਲਦੀ ਹੈ। ਮਹਾਰਾਜ ਕਹਿੰਦੇ ਜੋ ਨਿਰਗੁਣ ਸਰੂਪ ਹੈ ਉਹ ਭਾਈ ਸਮੁੰਦਰ ਜਾਣ ਲਵੋ, ਜੋ ਸਰਗੁਣ ਸਰੂਪ ਹੈ ਉਹ ਨਦੀਆਂ ਜਾਣ ਲਵੋ, ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਮੁੰਦਰ ਵਰਗਾ ਹੈ, ਔਰ ਜੋ ਉਹਦੇ ਤੋਂ ਅਵਤਾਰ ਪੈਦਾ ਹੋਏ ਨੇ ਉਹ ਨਦੀਆਂ ਵਰਗੇ ਨੇ। ਜਿਵੇਂ ਸਮੁੰਦਰ ਦੇ ਵਿੱਚੋਂ ਨਦੀਆਂ ਨਿਕਲਦੀਆਂ ਨੇ ਤੇ ਮੁੜ ਕੇ ਜਾ ਕਰਕੇ ਫੇਰ ਸਮੁੰਦਰ ਵਿੱਚ ਹੀ ਸਮਾ ਜਾਂਦੀਆਂ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੋ ਅਕਾਲ ਪੁਰਖ ਵਾਹਿਗੁਰੂ ਦੇ ਇਹ ਅਵਤਾਰ ਹੋਏ ਨੇ, ਇਹ ਵਾਹਿਗੁਰੂ ਤੋਂ ਹੀ ਪੈਦਾ ਹੋਏ ਨੇ ਔਰ ਵਾਹਿਗੁਰੂ ਦੇ ਵਿੱਚ ਹੀ ਜਾ ਕਰਕੇ ਸਮਾਏ ਹਨ। ਜਲ ਸਰੂਪ ਸਭ ਏਕ ਨਿਹਾਰਾ, ਪਰ ਹੈ ਨਦੀਆਂ ਵਿੱਚ ਵੀ ਤੇ ਸਮੁੰਦਰ ਵਿੱਚ ਵੀ ਪਾਣੀ ਹੈ, ਇੱਕੋ ਜਿਹਾ ਪਾਣੀ ਜਲ ਸਮੁੰਦਰ ਵਿੱਚ ਵੀ ਉਹੀ ਹੈ ਤੇ ਨਦੀਆਂ ਵਿੱਚ ਵੀ ਉਹੀ ਹੈ। ਏਦਾਂ ਹੀ ਮਹਾਰਾਜ ਕਹਿੰਦੇ ਜਿਹੜਾ ਨਿਰਗੁਣ ਸਰੂਪ ਹੈ ਉਹ ਵੀ ਅਕਾਲ ਪੁਰਖ ਵਾਹਿਗੁਰੂ ਹੀ ਹੈ
ਔਰ ਜੋ ਸਰਗੁਣ ਸਰੂਪ ਦਿਖਾਈ ਦੇ ਰਿਹਾ ਹੈ, ਮਹਾਰਾਜ ਕਹਿੰਦੇ ਉਹਦੇ ਵਿੱਚ ਵੀ ਵਾਹਿਗੁਰੂ ਹੀ ਬੈਠਾ ਹੈ। ਤਿਮ ਸ੍ਰੀ ਪ੍ਰਭ ਕੇ ਗਨ ਅਵਤਾਰ। ਮਹਾਰਾਜ ਕਹਿੰਦੇ ਏਦਾਂ ਹੀ ਭਾਈ, ਜਿਵੇਂ ਸਮੁੰਦਰ ਵਿੱਚੋਂ ਕਿੰਨੀਆਂ ਹੀ ਨਦੀਆਂ ਪੈਦਾ ਹੋ ਜਾਂਦੀਆਂ ਨੇ, ਏਦਾਂ ਹੀ ਅਕਾਲ ਪੁਰਖ ਵਾਹਿਗੁਰੂ ਵਿੱਚੋਂ ਕਿੰਨੇ ਅਵਤਾਰ ਪੈਦਾ ਹੋਏ ਹਨ। ਸਤ ਚਿਤ ਆਨੰਦ ਰੂਪ ਜੇ ਲਹਿਓ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸਤ ਹੈ, ਹਮੇਸ਼ਾ ਹੀ ਸੱਚਾ ਹੈ, ਚਿਤ ਆਨੰਦ ਰੂਪ ਜੋ ਲਹਿਓ, ਉਹ ਨਾਸ ਤੋਂ ਰਹਿਤ, ਜੂਨਾ ਤੋਂ ਰਹਿਤ ਹੈ। ਸਭ ਕੋ ਸੱਤਾ ਦੇਸੋ ਰਹਿਓ। ਤੇ ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਦੀ ਸੱਤਾ ਹੈ, ਸ਼ਕਤੀ ਹੈ। ਜਦੋਂ ਆਪਣੀ ਸ਼ਕਤੀ ਉਹ ਖਿੱਚ ਲੈਂਦਾ ਹੈ ਤੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਨਹੀਂ ਤੇ ਸਰੀਰ, ਅੰਗ ਪੈਰ ਸਾਰਾ ਕੁਝ ਉਹੀ ਹੁੰਦਾ ਹੈ। ਹੱਥ ਪੈਰ, ਅੱਖਾਂ ਆਦਿਕ, ਨੱਕ ਕੰਨ ਸਭ ਕੁਝ ਉਹੀ ਹੁੰਦਾ ਹੈ। ਪਰ ਜਦੋਂ ਉਸ ਪਰਮੇਸ਼ਰ ਨੇ ਆਪਣੀ ਸੱਤਾ, ਆਪਣੀ ਸ਼ਕਤੀ ਵਿੱਚੋਂ ਕੱਢ ਲਈ ਤੇ ਫਿਰ ਕੰਨਾਂ ਵਿੱਚ ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜਾਓ, ਨੱਕ ਨੂੰ ਜੋ ਮਰਜ਼ੀ ਸੰਘਾਈ ਜਾਓ, ਮੂੰਹ ਦੇ ਵਿੱਚ ਜੋ ਮਰਜ਼ੀ ਪਾਈ ਜਾਓ, ਕੁਝ ਵੀ ਸੁਣੇਗਾ ਨਹੀਂ, ਕੁਝ ਵੀ ਖਾਏਗਾ ਨਹੀਂ, ਸੁੰਘੇਗਾ ਨਹੀਂ। ਪਰ ਜਿੰਨਾ ਸਮਾਂ ਸੱਤਾ ਸਰੀਰ ਦੇ ਵਿੱਚ ਹੈ, ਉਹਨਾਂ ਸਮਾਂ ਕੋਈ ਕੋਲ ਉੱਚੀ ਬੋਲੇ ਤੇ ਝਟ ਕਹਿ ਦਿੰਦਾ ਏ ਭਾਈ ਹੌਲੀ ਬੋਲ, ਭਾਈ ਇਹ ਬਹੁਤਾ ਲੂਣਾ ਹੈ, ਬਹੁਤਾ ਮਿੱਠਾ ਹੈ, ਸਵਾਦ ਦਾ ਪਤਾ ਲੱਗਦਾ ਹੈ। ਨੱਕ ਖੁਸ਼ਬੂਆਂ ਸੁੰਘ ਲੈਂਦਾ ਹੈ ਕਿ ਇਹ ਚੀਜ਼ ਦੀ ਖੁਸ਼ਬੂ ਆ ਰਹੀ ਹੈ। ਜਦੋਂ ਪਰਮੇਸ਼ਰ ਨੇ ਆਪਣੀ ਸੱਤਾ ਸ਼ਕਤੀ ਸਰੀਰ ਵਿੱਚੋਂ ਖਿੱਚ ਲਈ, ਫਿਰ ਜਿਹੜਾ ਸਰੀਰ ਹੈ ਮਿੱਟੀ ਹੋ ਜਾਂਦਾ ਹੈ। ਜੇ ਪੰਡਿਤ ਪਠ ਵਿਦਿਆ ਕਹਾਣੀ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਭਾਈ, ਜਿਹੜੇ ਪੰਡਿਤ ਲੋਕਾਂ ਨੇ ਭਗਤ ਨਾਮਦੇਵ ਜੀਆਂ ਨਾਲ ਵਿਚਾਰ ਚਰਚਾ ਕੀਤੀ ਸੀ ਨਾ, ਉਹ ਬੜੀ ਵਿਦਿਆ ਪੜ੍ਹੇ ਹੋਏ ਸਨ, ਬਹੁਤੇ ਵਿਦਵਾਨ ਸਨ। ਗਿਆਨ ਬਿਖੂਨੇ ਮੁਖ ਤੇ ਭਾਨੀ। ਕਿਤਾਬੀ ਗਿਆਨ ਉਹਨਾਂ ਕੋਲ ਬਹੁਤ ਸੀ, ਪਰ ਬ੍ਰਹਮ ਦੇ ਗਿਆਨ ਤੋਂ, ਪੂਜਾ ਤੋਂ, ਸਿਮਰਨ ਤੋਂ, ਸਤ ਸੰਗਤ ਤੋਂ, ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੋਂ ਬਿਲਕੁਲ ਅਣਜਾਣ ਸਨ। ਬਾਹਰੀ ਕਿਤਾਬੀ ਵਿਦਿਆ ਬਹੁਤ ਸੀ, ਕਿਸੇ ਨੂੰ ਗੱਲ ਨਹੀਂ ਆਉਣ ਦਿੰਦੇ ਸਨ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੈ, ਉਸ ਤੋਂ ਵਾਂਝੇ ਸਨ। ਸਰਗਨ ਪੂਜਾ ਤਲਤੀ ਬਸੇਖ। ਮਹਾਰਾਜ ਕਹਿੰਦੇ ਇਸ ਲਈ ਭਾਈ, ਜਿਹੜੀ ਸਰਗੁਣ ਸਰੂਪ ਦੀ ਪੂਜਾ ਹੈ ਉਹ ਕਰਦੇ ਨੇ। ਮੂਰਤੀ ਪੂਜਾ ਕਰ ਲਈ, ਫੋਟੋਆਂ ਪੂਜ ਲਈਆਂ, ਇਹ ਸੰਗਤ ਜੀ ਸਰਗੁਣ ਪੂਜਾ ਹੈ। ਜੋ ਸਾਹਮਣੇ ਦਿਖਾਈ ਦਿੰਦਾ ਹੈ ਉਸ ਦੀ ਪੂਜਾ ਕਰਦੇ ਨੇ। ਸੰਤਨ ਸੰਗ ਕਮਾਵਤ ਦਬੈਖ। ਫਿਰ ਜਿਹੜੇ ਨਾਮ ਜਪਣ ਵਾਲੇ ਸੰਤ ਲੋਕ, ਅਕਾਲ ਪੁਰਖ ਵਾਹਿਗੁਰੂ ਵਿੱਚ ਭਰੋਸਾ ਰੱਖਣ ਵਾਲੇ ਨੇ, ਇਹ ਪੰਡਤ ਲੋਕ ਉਹਨਾਂ ਦੇ ਨਾਲ ਦਵੈਸ਼ ਭਾਵਨਾ, ਈਰਖਾ ਕਰਦੇ ਨੇ। ਕੋਈ ਆ ਕਰਕੇ ਸੰਗਤ ਜੀ ਬਹਿ ਜਾਵੇ, ਜਿਵੇਂ ਭਗਤ ਨਾਮਦੇਵ ਜੀ ਜਾ ਕਰਕੇ ਜਦੋਂ ਮੰਦਰ ਦੇ ਕੋਲ ਬੈਠੇ ਨੇ ਤੇ ਸੰਗਤ ਜੀ ਇਹਨਾਂ ਪੰਡਤਾਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਸੀ ਭਗਤ ਨਾਮਦੇਵ ਜੀਆਂ ਨੂੰ। ਅੱਜ ਵੀ ਆਪ ਹਜੂਰ ਸਾਹਿਬ ਜਾਵੋ ਤੇ ਸੰਗਤ ਜੀ 35 ਕਿਲੋਮੀਟਰ ਦੇ ਉੱਪਰ ਉਹ ਅਸਥਾਨ ਬਣਿਆ ਹੋਇਆ ਹੈ। ਅੱਜ ਵੀ ਉਹ ਮੰਦਰ ਘੁੰਮਿਆ ਹੋਇਆ ਹੈ। ਸੰਗਤ ਜੀ ਜਦੋਂ ਭਗਤ ਨਾਮਦੇਵ ਜੀ ਗਏ ਮੰਦਰ ਦੇ ਅੰਦਰ ਤੇ ਪੰਡਤਾਂ ਨੇ ਨੀਚ ਜਾਤ ਦਾ ਕਹਿ ਕਰਕੇ ਇੱਦਾਂ ਉਸ ਨੂੰ ਦੂਰ ਕਰ ਦਿੱਤਾ ਕਿ ਤੂੰ ਇੱਥੇ ਨਹੀਂ ਆ ਸਕਦਾ। ਪੰਡਤ ਜੀ ਜਾ ਕਰਕੇ ਸੰਗਤ ਜੀ ਲਹਿੰਦੇ ਵਾਲੇ ਪਾਸੇ, ਛਿਪਦੇ ਵਾਲੇ ਪਾਸੇ ਬਹਿ ਗਏ ਤੇ ਫਿਰ ਸੰਗਤ ਜੀ ਦੇਹਰਾ ਫਿਰਿਆ ਹੈ। ਫਿਰ ਮੰਦਰ ਆਪਣੇ ਆਪ ਘੁੰਮਿਆ ਹੈ, ਅੱਜ ਵੀ ਘੁੰਮਿਆ ਹੈ। ਅੱਜ ਵੀ ਉਹਦੀਆਂ ਨਿਆਵਾਂ ਕਿਸੇ ਹੋਰ ਪਾਸੇ ਨੇ ਤੇ ਸੰਗਤ ਜੀ ਮੰਦਰ ਦਾ ਮੂੰਹ ਕਿਸੇ ਹੋਰ ਪਾਸੇ ਹੈ, ਲਹਿੰਦੀ ਵਾਲੇ ਪਾਸੇ ਹੈ। ਇਸ ਪ੍ਰਕਾਰ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਹੜੇ ਇਹ ਵਿਦਵਾਨ ਪੰਡਤ ਸਨ ਨਾ, ਵਿਦਿਆ ਬਹੁਤ ਪੜ੍ਹੀ ਸੀ, ਪਰ ਅਕਾਲ ਪੁਰਖ ਵਾਹਿਗੁਰੂ ਤੋਂ ਬਿਲਕੁਲ ਅਣਜਾਣ ਸਨ ਤੇ ਇਹ ਹਮੇਸ਼ਾ ਮੂਰਤੀ ਪੂਜਾ, ਸਰਗੁਣ ਦੀ ਪੂਜਾ ਵਿੱਚ ਲੱਗੇ ਰਹਿੰਦੇ ਸਨ, ਜੋ ਸਰਗੁਣ ਸਰੂਪ ਸਾਹਮਣੇ ਦਿਖਾਈ ਦਿੰਦਾ ਹੈ। ਪਰ ਜਿਹੜੇ ਸੰਤਨ ਸੰਗ ਕਮਾਵਤ ਦਵੈਕ ਤੇ ਜਿਹੜੇ ਨਾਮ ਜਪਣ ਵਾਲੇ ਭਗਤ ਨਾਮਦੇਵ ਜੀ ਵਰਗੇ ਸੰਤ ਮਹਾਂਪੁਰਖ ਸਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭਰੋਸਾ ਰੱਖਦੇ ਸੀ।
ਸੰਗਤ ਜੀ ਇਹ ਉਹਨਾਂ ਦੇ ਨਾਲ ਦਵੈਸ਼ ਈਰਖਾ ਕਰਦੇ ਸਨ। ਕਕਿਉ ਸ਼ਬਦ ਤਿਨ ਕੇ ਪਰਥਾਏ। ਇਹ ਭਗਤ ਨਾਮਦੇਵ ਜੀਆਂ ਨੇ ਜਿਹੜਾ ਸ਼ਬਦ ਕਿਹਾ ਹੈ ਨਾ, ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਇਹ ਭਗਤ ਨਾਮਦੇਵ ਜੀਆਂ ਨੇ ਉਹਨਾਂ ਪੰਡਤਾਂ ਨੂੰ ਸਮਝਾਇਆ ਹੈ। ਜਦੋਂ ਭਗਤ ਨਾਮਦੇਵ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰ ਰਹੇ ਸਨ ਤੇ ਪੰਡਤ ਬਾਰ-ਬਾਰ ਸ਼੍ਰੀ ਰਾਮਚੰਦਰ ਦੀ ਕੂਕ ਲਾ ਰਹੇ ਸਨ। ਉਹ ਸਮੇਂ ਫਿਰ ਭਗਤ ਨਾਮਦੇਵ ਜੀਆਂ ਨੇ ਗੁੱਸੇ ਵਿੱਚ ਆ ਕੇ ਇਹ ਸ਼ਬਦ ਕਿਹਾ, ਉਹ ਪਾਂਡੇ ਉਹ ਪੰਡਤ, ਜਿਹੜਾ ਤੇਰਾ ਰਾਮਚੰਦਰ ਹੈ ਉਹ ਵੀ ਜੰਮ ਕੇ ਆਉਂਦਾ ਵੇਖਿਆ ਹੈ, ਸੰਸਾਰ ਤੇ ਰੋਂਦਾ ਵੇਖਿਆ ਹੈ, ਦੁੱਖ ਪਾਉਂਦਾ ਵੇਖਿਆ ਹੈ ਔਰ ਸੰਸਾਰ ਤੋਂ ਮਰ ਕੇ ਜਾਂਦਾ ਵੇਖਿਆ ਹੈ। ਤੇ ਰਾਵਣ ਸੇਤੀ ਸਰਬਰ ਹੋਈ, ਜਦੋਂ ਰਾਵਣ ਦੇ ਨਾਲ ਝਗੜਾ ਕਾਹਦੇ ਪਿੱਛੇ ਹੋਇਆ ਹੈ? ਔਰਤ ਪਿੱਛੇ। ਘਰ ਕੀ ਜੋਏ ਗਵਾਈ ਥੀ, ਉਸ ਨੇ ਆਪਣੇ ਘਰ ਵਾਲੀ ਗਵਾ ਲਈ ਸੀ। ਘਰ ਵਾਲੀ ਨੂੰ ਲੱਭਦਾ ਫਿਰ ਲੰਕਾ ਤੇ ਜਾ ਹਮਲਾ ਕਰ ਦਿੱਤਾ ਸੀ। ਇਸ ਲਈ ਭਗਤ ਨਾਮਦੇਵ ਜੀਆਂ ਨੇ ਕਹਿਓ ਸ਼ਬਦ ਤਿਨ ਕੇ ਪਰਥਾਏ, ਉਹਨਾਂ ਲੋਕਾਂ ਦੇ ਪਰਥਾਏ ਇਹ ਸ਼ਬਦ ਕਿਹਾ ਹੈ ਜੋ ਸ਼੍ਰੀ ਰਾਮ ਤੇ ਬਹੁਤ ਜਪਦੇ ਨੇ ਪਰ ਅਕਾਲ ਪੁਰਖ ਵਾਹਿਗੁਰੂ ਤੋਂ ਅਣਜਾਣ ਹਨ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ਼੍ਰੀ ਰਾਮਚੰਦਰ ਨੂੰ ਪੈਦਾ ਕੀਤਾ ਹੈ ਉਹਦੇ ਤੋਂ ਅਣਜਾਣ ਨੇ ਔਰ ਸ਼੍ਰੀ ਰਾਮਚੰਦਰ ਨੂੰ ਹੀ ਏਦਾਂ ਪੂਜ ਰਹੇ, ਵਡਿਆਈ ਦੇ ਰਹੇ ਨੇ। ਇਸ ਲਈ ਭਗਤ ਨਾਮਦੇਵ ਜੀਆਂ ਨੇ ਐਸਾ ਸ਼ਬਦ ਉਚਾਰਿਆ ਹੈ, ਸਗੁਣ ਨਿਗੁਣ ਜੇ ਪੱਖ ਬੰਧਾਏ। ਔਰ ਸਰਗੁਣ ਤੇ ਨਿਰਗੁਣ ਨੂੰ ਵੱਖੋ ਵੱਖਰਾ ਕਰਕੇ ਦੱਸ ਦਿੱਤਾ ਹੈ ਕਿ ਸਰਗੁਣ ਸਰੂਪ ਉਹ ਹੈ ਜੋ ਸੰਸਾਰ ਤੇ ਆਇਆ ਹੈ, ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਉਹ ਹੈ ਜੋ ਸੱਚਖੰਡ ਵਿੱਚ ਬੈਠਾ ਹੈ। ਧਰਮ ਸਰੀਰ ਧਨ ਕੋ ਏਹੀ। ਪਰ ਮਹਾਰਾਜ ਕਹਿੰਦੇ ਭਾਈ, ਜਿਨ੍ਹਾਂ ਨੇ ਵੀ ਸਰੀਰ ਧਾਰਨ ਕੀਤਾ ਹੈ, ਜਿਨ੍ਹਾਂ ਨੂੰ ਵੀ ਮਨੁੱਖਾ ਸਰੀਰ ਮਿਲਿਆ ਹੈ, ਦੁੱਖ ਸੁਖ ਪ੍ਰਾਪਤ ਹੋਣ ਅਛੇਹੀ। ਉਹਨਾਂ ਨੂੰ ਸਾਰਿਆਂ ਨੂੰ ਦੁੱਖ ਵੀ ਪ੍ਰਾਪਤ ਹੋਏ ਨੇ, ਸੁੱਖ ਵੀ ਪ੍ਰਾਪਤ ਹੋਏ ਨੇ। ਜਿੰਨੇ ਪੀਰ ਪੈਗੰਬਰ ਦੇਵੀ ਦੇਵਤੇ ਗੁਰੂ ਸਾਹਿਬਾਨ ਆਦਿਕ ਹੋਏ ਹਨ, ਮਨੁੱਖਾ ਜੀਵਨ ਜਿਸ ਨੇ ਵੀ ਧਾਰਨ ਕੀਤਾ ਹੈ ਉਹਦੀ ਜੀਵਨ ਦੇ ਵਿੱਚ ਸੰਗਤ ਜੀ ਦੁੱਖ ਵੀ ਪੈਦਾ ਹੋਏ ਨੇ ਔਰ ਸੁੱਖ ਵੀ ਪੈਦਾ ਹੋਏ ਨੇ। ਜਿਵੇਂ ਰਾਤਰੀ ਆਉਂਦੀ ਹੈ, ਰਾਤਰੀ ਤੋਂ ਬਾਅਦ ਦਿਨ ਚੜ ਜਾਂਦਾ ਹੈ, ਦਿਨ ਤੋਂ ਬਾਅਦ ਫੇਰ ਰਾਤ ਤੇ ਰਾਤ ਤੋਂ ਬਾਅਦ ਫੇਰ ਦਿਨ। ਜਿਵੇਂ ਇਹ ਚੱਕਰ ਚੱਲ ਰਿਹਾ ਹੈ, ਇੱਦਾਂ ਹੀ ਸੰਗਤ ਜੀ ਦੁੱਖ ਤੇ ਸੁੱਖ ਹਨ। ਰਾਤਰੀ ਵਰਗਾ ਜਿਹੜਾ ਦੁੱਖ ਆਇਆ ਹੈ ਤੇ ਕਿਤੇ ਨਾ ਕਿਤੇ ਉਹ ਦੁੱਖ ਮਿਟੇਗਾ ਤੇ ਸਵੇਰ ਵੀ ਹੋਵੇਗੀ, ਦਿਨ ਵੀ ਚੜ੍ਹੇਗਾ। ਜੇਕਰ ਜੀਵਨ ਅੰਦਰ ਦਿਨ ਚੜ੍ਹਿਆ ਹੈ, ਬਹੁਤ ਸੁੱਖ ਹੈ, ਖੁਸ਼ੀਆਂ ਹਨ, ਤੇ ਮਨੁੱਖ ਯਾਦ ਰੱਖੇ ਕਿ ਕਿਤੇ ਨਾ ਕਿਤੇ ਇਹ ਦੁੱਖਾਂ ਭਰੀ ਰਾਤ ਵੀ ਆਉਣੀ ਹੈ। ਜਿਵੇਂ ਦਿਨ ਰਾਤ ਆਉਂਦਾ ਜਾਂਦਾ ਰਹਿੰਦਾ ਹੈ, ਇੱਦਾਂ ਜੀਵਨ ਅੰਦਰ ਦੁੱਖ ਸੁੱਖ ਆਉਂਦਾ ਹੈ ਜੀ। ਗਿਆਨੀ ਤਨ ਕੋ ਝੂਠ ਲਖੰਤੇ। ਪਰ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਆ ਗਿਆ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਾਣੂ ਹੋ ਗਏ, ਫਿਰ ਸੰਗਤ ਜੀ ਗਿਆਨੀ ਤਨ ਕੋ ਝੂਠ ਲਖੰਤੇ। ਉਹ ਫਿਰ ਗਿਆਨਵਾਨ ਲੋਕ ਇਸ ਸਰੀਰ ਨੂੰ ਝੂਠਾ ਸਮਝਣ ਲੱਗ ਜਾਂਦੇ ਨੇ। ਕਿਵੇਂ? ਜਿਵੇਂ ਭਾਈ ਮਣੀ ਸਿੰਘ ਜੀ ਦਾ ਬੰਦ ਕੱਟਿਆ ਜਾ ਰਿਹਾ ਹੈ, ਕੋਈ ਪਰਵਾਹ ਨਹੀਂ, ਕਿਉਂਕਿ ਸਰੀਰ ਨਾਲ ਸੰਬੰਧ ਹੀ ਕੋਈ ਨਹੀਂ ਹੈ। ਜਿਵੇਂ ਭਾਈ ਮਤੀ ਦਾਸ ਸਤੀ ਦਾਸ ਵਰਗਿਆਂ ਨੂੰ ਆਰਿਆਂ ਦੇ ਨਾਲ ਚੀਰਿਆ ਜਾ ਰਿਹਾ ਹੈ, ਭਾਈ ਤਾਰੂ ਸਿੰਘ ਦਾ ਖੋਪਰ ਲੈ ਰਿਹਾ ਹੈ, ਗੁਰੂ ਤੇਗ ਬਹਾਦਰ ਦਿੱਲੀ ਚਾਂਦਨੀ ਚੌਂਕ ਵਿੱਚ ਗਲ ਕਟਵਾ ਰਹੇ, ਗੁਰੂ ਅਰਜਨ ਦੇਵ ਤੱਤੀਆਂ ਤਵੀਆਂ ਤੇ ਬਹਿ ਕੇ ਸ਼ਹੀਦੀ ਪ੍ਰਾਪਤ ਕਰ ਰਹੇ ਨੇ, ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਰਹੇ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਜਾ ਰਹੇ ਨੇ। ਸਰੀਰ ਦਾ ਸੰਗਤ ਜੀ ਮੋਹ ਕੋਈ ਨਹੀਂ ਹੈ। ਸਰੀਰ ਨੂੰ ਐਸੇ ਲੋਕ, ਜਿਹੜੇ ਐਸੇ ਸੰਤ ਲੋਕ ਹੁੰਦੇ ਨੇ, ਗਿਆਨੀ ਤਨ ਕੋ ਝੂਠ ਲਖੰਤੇ, ਉਹ ਲੋਕ ਸੰਗਤ ਜੀ ਸਰੀਰ ਨੂੰ ਝੂਠਾ ਜਾਣਦੇ ਹਨ। ਦੇਤ ਸਮ ਦੁੱਖ ਸੁਖ ਕੂਰ ਜਨੰਤੇ। ਪਰ ਜੀਵਨ ਅੰਦਰ ਜਿੰਨਾ ਮਰਜੀ ਦੁੱਖ ਆ ਜਾਵੇ, ਸੁੱਖ ਆ ਜਾਵੇ, ਉਹਨਾਂ ਨੂੰ ਝੂਠਾ ਹੀ ਲੱਗਦਾ ਹੈ। ਪਰ ਸੰਗਤ ਜੀ ਇਹ ਕੋਈ ਵਿਰਲਾ ਜਿਹੜਾ ਪੂਰਾ ਹੁੰਦਾ ਹੈ ਨਾ, ਉਹੀ ਜਾਣ ਸਕਦਾ ਹੈ।
ਵੇਖੋ ਕਿੰਨਾ ਫਰਕ ਹੈ। ਯਸ਼ਰਥ ਰਾਜਾ ਹੋਇਆ ਹੈ, ਉਸ ਦਾ ਪੁੱਤਰ ਹੋਇਆ ਹੈ ਸ਼੍ਰੀ ਰਾਮਚੰਦ, ਜਿਸ ਨੇ ਰਾਵਣ ਦੇ ਨਾਲ ਏਦਾਂ ਸੰਗਤ ਜੀ ਝਗੜਾ ਕੀਤਾ ਹੈ, ਜੰਗ ਲੜਿਆ ਹੈ, ਔਰ ਉਸ ਜੰਗ ਵਿੱਚ ਸ਼੍ਰੀ ਰਾਮਚੰਦ ਜੀਆਂ ਦੀ ਜਿੱਤ ਹੋਈ ਹੈ। ਤੇ ਜਿਸ ਸਮੇਂ 20 ਸਾਲਾਂ ਦਾ ਬਨਵਾਸ ਕੱਟਣ ਵਾਸਤੇ ਸ਼੍ਰੀ ਰਾਮਚੰਦ ਨੇ ਆਪਣੇ ਘਰ ਤੋਂ ਜੰਗਲਾਂ ਵਿੱਚ ਜਾਣਾ ਕੀਤਾ ਹੈ, ਇਸ ਦਾ ਪਿਤਾ ਜਸਰਥ ਸੰਗਤ ਜੀ ਮਹਿਲਾਂ ਤੇ ਖੜ ਕੇ ਵੇਖਦਾ ਰਿਹਾ। ਆਪਣੇ ਪੁੱਤ ਨੂੰ ਵੇਖ ਵੇਖ ਵੈਰਾਗ ਕਰਦਾ ਰਿਹਾ ਹੈ। ਜਿੰਨਾ ਸਮਾਂ ਸਾਹਮਣੇ ਦੱਸਦਾ ਰਿਹਾ, ਉਨਾ ਸਮਾਂ ਖੜਾ ਰਿਹਾ। ਜਦੋਂ ਸ਼੍ਰੀ ਰਾਮਚੰਦ ਅੱਖੋਂ ਓਹਲੇ ਹੋ ਗਿਆ, ਅੱਖਾਂ ਦੀ ਸੰਗਤ ਜੀ ਗਹਿਰਾਈ ਤੋਂ ਮਾਪਿਆ ਨਾ ਗਿਆ ਕਿ ਮੇਰਾ ਪੁੱਤਰ ਕਿੱਥੇ ਕੁ ਚਲਿਆ ਗਿਆ ਹੈ, ਦਿਸਣਾ ਬੰਦ ਹੋ ਗਿਆ। ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਸੰਗਤ ਜੀ ਆਤਮ ਹੱਤਿਆ ਕਰ ਲਈ ਸੀ। ਔਰ ਦੂਸਰੇ ਪਾਸੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ, ਚਮਕੌਰ ਗੜੀ ਦੇ ਉੱਪਰ ਖੜੇ ਹੋਏ ਨੇ। ਪਤਾ ਹੈ ਕਿ ਚਮਕੌਰ ਗੜੀ ਦਾ ਦਰਵਾਜ਼ਾ ਖੁੱਲ੍ਹੇਗਾ, ਸਾਹਮਣੇ 10 ਲੱਖ ਮੁਗਲ ਮੌਤ ਮੌਤ ਕੂਕ ਰਿਹਾ ਹੈ। ਮੇਰੇ ਸਾਹਿਬਜ਼ਾਦਿਆਂ ਨੇ ਜਿਉਂਦੇ ਵਾਪਸ ਨਹੀਂ ਆਉਣਾ। ਰਾਮਚੰਦਰ ਦਾ ਤੇ ਪਤਾ ਸੀ ਕਿ 20 ਸਾਲਾਂ ਬਾਅਦ ਫਿਰ ਘਰ ਆ ਜਾਵੇਗਾ। ਜਦੋਂ ਚਮਕੌਰ ਗੜੀ ਦਾ ਦਰਵਾਜ਼ਾ ਖੁੱਲ੍ਹਦਾ ਹੈ, ਬਾਬਾ ਅਜੀਤ ਸਿੰਘ, ਬਾਬਾ ਜੋਰਾਵਰ ਸਿੰਘ ਵਰਗੇ ਚਮਕੌਰ ਗੜੀ ਚੋਂ ਬਾਹਰ ਜਾ ਕੇ 10 ਲੱਖ ਮੁਗਲਾਂ ਦੇ ਵਿੱਚ ਵੱਜਦੇ ਨੇ। ਤੇ ਜਦੋਂ ਜਦੋਂ ਤੀਰ ਵੱਜਦਾ ਹੈ ਬਾਬਾ ਅਜੀਤ ਸਿੰਘ, ਬਾਬਾ ਜੋਰਾਵਰ ਸਿੰਘ ਦੇ, ਕਲਗੀਧਰ ਮਹਾਰਾਜ ਚਮਕੌਰ ਗੜੀ ਤੇ ਖੜੇ ਜਕਾਰੇ ਛੱਡਦੇ ਨੇ, ਕਿਉਂਕਿ ਸਰੀਰ ਦਾ ਮੋਹ ਹੀ ਕੋਈ ਨਹੀਂ। ਪਤਾ ਹੈ ਕਿ ਜਿਸ ਪਰਮੇਸ਼ਰ ਕੋਲੋਂ ਆਏ ਨੇ, ਉਸ ਪਰਮੇਸ਼ਰ ਦੀ ਗੋਦ ਵਿੱਚ ਜਾ ਬਰਾਜਣਾ ਹੈ। ਜਿਨ੍ਹਾਂ ਨੂੰ ਐਸਾ ਗਿਆਨ ਹੋ ਜਾਂਦਾ ਹੈ, ਗਿਆਨੀ ਤਨ ਕੋ ਝੂਠ ਲਕੰਤੇ। ਸਾਨੂੰ ਸੰਗਤ ਜੀ ਗਿਆਨ ਨਹੀਂ, ਇਸ ਲਈ ਸਰੀਰ ਦਾ ਬੜਾ ਮੋਹ ਹੈ। ਕੋਈ ਥੋੜਾ ਜਿਹਾ ਦੂਰ ਹੋ ਜਾਵੇ ਤੇ ਸੰਗਤ ਜੀ ਦੁੱਖਾਂ ਦੇ ਵਿੱਚ ਸਾਡੀ ਬੁਰੀ ਹਾਲਤ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਇਸ ਸਰੀਰ ਦਾ ਗਿਆਨ ਹੈ ਕਿ ਇਹ ਮਿੱਟੀ ਹੈ, ਇੱਕ ਦਿਨ ਇਸ ਨੇ ਜਾਣਾ ਹੀ ਹੈ, ਤੇ ਫਿਰ ਉਹ ਸੰਗਤ ਜੀ ਇਸ ਸਰੀਰ ਨੂੰ ਝੂਠਾ ਜਾਣਦੇ ਨੇ, ਜੀਵਨ ਨੂੰ ਝੂਠਾ, ਮੌਤ ਨੂੰ ਸੱਚ ਮੰਨਦੇ ਹਨ। ਦੇਖ ਸਮ ਦੁਖ ਸੁਖ ਕੂਰਜਨੰਤੇ, ਉਹਨਾਂ ਦੇ ਜੀਵਨ ਵਿੱਚ ਆਉਣ ਵਾਲਾ ਦੁੱਖ ਔਰ ਸੁੱਖ ਦੋਨਾਂ ਹੀ ਝੂਠੇ ਹੁੰਦੇ ਨੇ। ਭਾਵੇਂ ਤਖਤ ਤੇ ਬੈਠੇ ਗੁਰੂ ਅਰਜਨ ਦੇਵ ਤਾਂ ਵੀ ਮੁਸਕਾ ਰਹੇ, ਹੱਸ ਰਹੇ ਨੇ, ਤੇ ਕਿਤੇ ਤੱਤੀ ਤਵੀ ਦੇ ਵਿੱਚ ਬੈਠੇ, ਤੱਤੀ ਤਵੀ ਦੇ ਉੱਤੇ ਬੈਠੇ, ਉੱਥੇ ਵੀ ਸ਼ਾਂਤ ਬੈਠੇ ਨੇ, ਉੱਥੇ ਵੀ ਹੱਸ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕਿਤੇ ਆਨੰਦਪੁਰ ਸਾਹਿਬ ਮਹਾਰਾਜ ਤਖਤ ਤੇ ਬੈਠੇ, ਏਦਾਂ ਲੋਕਾਂ ਦੇ ਦੁੱਖ ਸੁੱਖ ਸੁਣ ਰਹੇ ਨੇ। ਕਿਤੇ ਸੰਗਤ ਜੀ ਦਿੱਲੀ ਚਾਂਦਨੀ ਚੌਂਕ ਵਿੱਚ ਜਾ ਕੇ ਬੈਠੇ, ਪਤਾ ਹੈ ਕਿ ਸ਼ੀਸ਼ ਜਿਹੜਾ ਵੱਢਿਆ ਜਾਣਾ ਹੈ, ਗਲ ਵੱਢਿਆ ਜਾਣਾ ਹੈ। ਉੱਥੇ ਵੀ ਮਹਾਰਾਜ ਰੋਗੀਆਂ ਸੋਗੀਆਂ ਦੇ ਦੁੱਖ ਤਕਲੀਫਾਂ ਸੁਣ ਰਹੇ, ਰੋਗਾਂ ਸੋਗਾਂ ਨੂੰ ਦੂਰ ਕਰ ਰਹੇ। ਜਿਹੜੇ ਐਸੇ ਹੁੰਦੇ ਨੇ ਤੇ ਸਮ ਦੁੱਖ ਸੁਖ ਝੂ ਕੂਰ ਜਨੰਤੇ, ਉਹ ਫਿਰ ਸੰਗਤ ਜੀ ਕੂੜੇ ਸਮਾਨ ਹੀ ਜਾਣਦੇ ਹਨ। ਇੱਕ ਉਪਾਸਕੀ ਲੱਖ ਕੇ ਹੋਏ, ਇੱਕ ਐਸੇ ਲੋਕ ਹੁੰਦੇ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਗੁਰਸਿੱਖਾਂ ਨੂੰ ਕਹਿਣ ਲੱਗੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਉਪਾਸਨਾ ਕਰਦੇ ਹਨ। ਵਾਚ ਉਪਾਸਕ ਲਖਿਅਤ ਕੋਏ, ਤੇ ਕੋਈ ਐਸਾ ਹੈ ਜੋ ਮੂਰਤਾਂ ਦੇ ਵਿੱਚੋਂ ਆਦਿਕ ਸਰੀਰਾਂ ਵਿੱਚੋਂ ਪੂਜਦਾ ਹੈ। ਜਿਨ ਕੋ ਲੱਖ ਕੀ ਕੀਨ ਉਪਾਸਨ, ਤੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਪਾਸਨਾ ਭਗਤੀ ਕੀਤੀ ਹੈ। ਇੱਕ ਸੰਗ ਸੁੱਤਾ ਸਭ ਮਹਿ ਭਾਸਨ, ਤੇ ਸਾਰਿਆਂ ਦੇ ਵਿੱਚ ਫਿਰ ਉਹ ਪਰਮੇਸ਼ਰ ਨੂੰ ਹੀ ਵੇਖਦੇ ਨੇ। ਬ੍ਰਹਮ ਦੀਸਾ ਬ੍ਰਹਮ ਸੁਣੀਆ ਏਕਾ ਏਕ ਵਖਾਣੀਆ, ਕਿ ਸਾਰਿਆਂ ਵਿੱਚ ਉਹਨਾਂ ਨੂੰ ਫਿਰ ਵਾਹਿਗੁਰੂ ਹੀ ਨਜ਼ਰ ਆਉਣ ਲੱਗ ਜਾਂਦਾ ਹੈ। ਪਰ ਜਿਹੜੇ ਸੰਗਤ ਜੀ ਸਰੀਰਾਂ ਨੂੰ ਪੂਜਦੇ ਨੇ, ਉਹ ਕੋਈ ਸੰਗਤ ਜੀ ਸ਼੍ਰੀ ਰਾਮਚੰਦਰ ਜੀਆਂ ਨੂੰ ਪੂਜ ਰਿਹਾ ਹੈ, ਕੋਈ ਸ਼੍ਰੀ ਕ੍ਰਿਸ਼ਨ ਜੀਆਂ ਨੂੰ ਪੂਜ ਰਿਹਾ ਹੈ, ਤੇ ਆਪਸ ਦੇ ਵਿੱਚ ਦੋਨਾਂ ਦੀ ਨਹੀਂ ਬਣਦੀ, ਇੱਕ ਦੂਜੇ ਦੇ ਉੱਪਰ ਤਰਕ ਕਰ ਰਹੇ ਨੇ। ਪਰ ਜੇਕਰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪੂਜਣ, ਕਿ ਉਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਸ਼੍ਰੀ ਰਾਮਚੰਦਰ ਪੈਦਾ ਕੀਤਾ ਹੈ, ਉਸ ਨੇ ਹੀ ਸ਼੍ਰੀ ਕ੍ਰਿਸ਼ਨ ਜੀ ਪੈਦਾ ਕੀਤੇ ਨੇ। ਫਿਰ ਇਹ ਸਰੀਰਾਂ ਦਾ ਜਿਹੜਾ ਝਗੜਾ, ਦਵੈਸ਼ ਭਾਵਨਾ, ਈਰਖਾ ਹੈ, ਊਚ ਨੀਚ ਹੈ, ਫੇਰ ਮਿਟਦੀ ਹੈ। ਏਦਾਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਜਿਨਹੁ ਲੱਖ ਕੀ ਕੀਨ ਉਪਾਸਨ,
ਇੱਕ ਸਮ ਸੱਤਾ ਸਭ ਮਹਿ ਪਾਸਾ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪੂਜਿਆ ਹੈ, ਉਸ ਨੂੰ ਧਿਆਇਆ ਹੈ, ਆਰਾਧਿਆ ਹੈ, ਉਹਨਾਂ ਨੂੰ ਤੇ ਫਿਰ ਸਾਰਿਆਂ ਵਿੱਚ, ਗਰੀਬਾਂ ਅਮੀਰਾਂ ਵਿੱਚ, ਭਿਖਾਰੀਆਂ ਰਾਜਿਆਂ ਵਿੱਚ, ਉੱਚਿਆਂ ਨੀਵਿਆਂ ਵਿੱਚ ਉਸ ਪਰਮੇਸ਼ਰ ਦੀ ਜੋਤ, ਉਸ ਦਾ ਬ੍ਰਹਮ ਹੀ ਦਿਸਦਾ ਹੈ। ਰਮਿਓ ਅਕਾਲ ਪੁਰਖ ਸਭ ਮਾਹੀ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਪਸ਼ੂ ਪੰਛੀਆਂ ਵਿੱਚ, ਪੌਦਿਆਂ ਪਹਾੜਾਂ ਵਿੱਚ, ਮਨੁੱਖਾਂ ਵਿੱਚ ਜੀ। ਸੋ ਕੇ ਸੰਗ ਬੈਰ ਧਰ ਨਾਹੀ। ਤੇ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਨਾਲ ਵੀ ਵੈਰ ਨਹੀਂ ਕਰਦਾ। ਉਹ ਨਿਰਭਉ ਹੈ, ਨਿਰਵੈਰ ਹੈ, ਨਾ ਤਾਂ ਕਿਸੇ ਦੇ ਭੈ ਵਿੱਚ ਹੈ ਔਰ ਨਾ ਹੀ ਕਿਸੇ ਦੇ ਪ੍ਰਤੀ ਵੈਰ ਦਵੇਸ਼ ਭਾਵਨਾ ਹੈ। ਬਾਚ ਉਪਾਸਕ ਜੇ ਨਰ ਹੈ। ਮਹਾਰਾਜ ਕਹਿੰਦੇ ਫਿਰ ਜਿਹੜੇ ਭਾਈ ਸਰਗੁਣ ਦੀ ਪੂਜਾ ਕਰਨ ਵਾਲੇ ਹਨ, ਜਿਹੜੇ ਸ਼ਰੀਰਾਂ ਨੂੰ ਪੂਜਣ ਵਾਲੇ ਨੇ, ਸਿਮਰਹਿ ਕ੍ਰਿਸ਼ਨ ਰਾਮ ਘਟ ਕਹੈ। ਉਹ ਮਹਾਰਾਜ ਕਹਿੰਦੇ ਭਾਈ ਕੋਈ ਤੇ ਸ਼੍ਰੀ ਕ੍ਰਿਸ਼ਨ ਜੀਆਂ ਨੂੰ ਬੜਾ ਉੱਚਾ ਕਹਿ ਰਿਹਾ ਹੈ, ਵੱਡਾ ਕਹਿ ਰਿਹਾ ਹੈ, ਔਰ ਰਾਮ ਘਟ ਕਹੈ, ਤੇ ਸ਼੍ਰੀ ਰਾਮਚੰਦਰ ਜੀਆਂ ਨੂੰ ਨੀਵਾਂ ਕਹਿ ਰਿਹਾ ਹੈ ਕਿ ਸ਼੍ਰੀ ਰਾਮਚੰਦਰ ਜੀਆਂ ਵਿੱਚ ਔਗਣ ਵੜੇ ਸਨ ਤੇ ਸ਼੍ਰੀ ਕ੍ਰਿਸ਼ਨ ਜੀਆਂ ਵਿੱਚ ਗੁਣ ਵੜੇ ਸਨ। ਰਾਮ ਉਪਾਸਨ ਕਰਨੈ ਹਾਰੇ। ਤੇ ਜਿਹੜੇ ਕੋਈ ਸ਼੍ਰੀ ਰਾਮਚੰਦਰ ਜੀਆਂ ਦੀ ਪੂਜਾ ਕਰਨ ਵਾਲੇ ਨੇ, ਕ੍ਰਿਸ਼ਨ ਵਿਖੇ ਸੋ ਦੋਸ ਉਚਾਰੇ। ਉਹ ਸੰਗਤ ਜੀ ਸ਼੍ਰੀ ਕ੍ਰਿਸ਼ਨ ਜੀਆਂ ਦੇ ਵਿੱਚ ਇਸ ਪ੍ਰਕਾਰ ਦੋਸ਼ ਕਹਿੰਦੇ ਨੇ। ਉਹ ਸ਼੍ਰੀ ਕ੍ਰਿਸ਼ਨ ਜੀਆਂ ਵਿੱਚ ਔਗਣ ਦੱਸ ਰਹੇ ਨੇ। ਏਦਾਂ ਹੀ ਸੰਗਤ ਜੀ ਤੁਲਸੀਦਾਸ ਜੀ ਹੋਏ ਨੇ, ਜਿਨ੍ਹਾਂ ਨੇ ਜਿਹੜੀ ਰਮਾਇਣ ਹੈ ਉਹ ਲਿਖਣਾ ਕੀਤੀ ਹੈ। ਤੇ ਇੱਕ ਵੇਰੀ ਆਪਣੇ ਸਾਰੇ ਪਰਿਵਾਰ ਦੇ ਨਾਲ ਤੁਲਸੀਦਾਸ ਜੀ ਏਦਾਂ ਕਿਤੇ ਤੀਰਥ ਯਾਤਰਾ ਤੇ ਗਏ ਤੇ ਸਾਹਮਣੇ ਸ਼੍ਰੀ ਕ੍ਰਿਸ਼ਨ ਜੀਆਂ ਦੀ ਫੋਟੋ ਲੱਗੀ ਸੀ। ਸ਼੍ਰੀ ਕ੍ਰਿਸ਼ਨ ਜੀਆਂ ਦੇ ਹੱਥ ਦੇ ਵਿੱਚ ਉਹ ਬਾਂਸਰੀ ਪਕੜੀ ਹੈ, ਇੱਕ ਹੱਥ ਗਾਂ ਦੇ ਉੱਪਰ ਰੱਖਿਆ ਹੈ, ਛੋਟਾ ਜਿਹਾ ਬੱਚਾ ਕੋਲ ਫਿਰਦਾ ਹੈ। ਆਦਿਕ ਸੰਗਤ ਜੀ ਮੱਖਣ ਦੀ ਜਿਹੜੀ ਮਟਕੀ ਹੈ ਉਹ ਪਾਈ ਹੈ। ਤੇ ਤੁਲਸੀਦਾਸ ਜੀਆਂ ਨੇ ਵੇਖ ਕੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਤੁਹਾਡੀ ਕਿਆ ਸੋਭਾ ਹੈ, ਕਿੰਨੇ ਸੋਹਣੇ ਲੱਗਦੇ ਹੋ। ਹੱਥ ਦੇ ਵਿੱਚ ਬਾਂਸਰੀ ਹੈ, ਗਊ ਕੋਲੇ ਖੜੀ ਹੈ, ਮੱਖਣ ਕੋਲ ਪਿਆ ਹੈ, ਬੱਚਾ ਕੋਲ ਖੜਾ ਹੈ, ਬੜੇ ਸੋਹਣੇ ਲੱਗਦੇ, ਸੁੰਦਰ ਤੇ ਤੁਸੀਂ ਬਹੁਤ ਲੱਗਦੇ ਹੋ, ਪਰ ਤੁਹਾਨੂੰ ਨਮਸਕਾਰ ਨਹੀਂ ਕਰਾਂਗਾ। ਕਿਉਂਕਿ ਜੇਕਰ ਤੁਹਾਡੇ ਹੱਥ ਦੇ ਵਿੱਚ ਬਾਂਸਰੀ ਦੀ ਥਾਂ ਤੇ ਤੀਰ ਕਮਾਨ ਫੜਿਆ ਹੁੰਦਾ, ਕੋਈ ਸ਼ਸਤਰ ਫੜਿਆ ਹੁੰਦਾ ਨਾ, ਫਿਰ ਅੱਜ ਤੁਹਾਨੂੰ ਮੈਂ ਸਿਰ ਝੁਕਾ ਦੇਣਾ ਸੀ, ਤੁਹਾਨੂੰ ਮੈਂ ਨਮਸਕਾਰ ਕਰ ਦੇਣੀ ਸੀ। ਪਰ ਤੁਹਾਡੇ ਹੱਥ ਵਿੱਚ ਕੋਈ ਸ਼ਸਤਰ ਨਹੀਂ, ਹਥਿਆਰ ਨਹੀਂ, ਹੱਥ ਵਿੱਚ ਤੁਸੀਂ ਬਾਂਸਰੀ ਪਕੜੀ, ਇਸ ਲਈ ਸੋਹਣੇ ਬੜੇ ਲੱਗਦੇ ਹੋ, ਪਰ ਮੈਂ ਨਮਸਕਾਰ ਨਹੀਂ ਕਰਾਂਗਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਭਾਈ ਜਿਹੜੇ ਸ਼ਰੀਰਾਂ ਦੀ ਪੂਜਾ ਕਰਦੇ ਨੇ, ਜਿਹੜੇ ਸ਼੍ਰੀ ਕ੍ਰਿਸ਼ਨ ਜੀਆਂ ਨੂੰ ਪੂਜਦੇ ਨੇ, ਉਹ ਕਹਿੰਦੇ ਰਾਮਚੰਦਰ ਔਗਣੀ ਹੈ। ਜੋ ਰਾਮਚੰਦਰ ਨੂੰ ਪੂਜ ਰਹੇ ਨੇ ਉਹ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਬੜੇ ਨੀਵੇਂ ਹਨ। ਇਤਿਆਦਿਕ ਬਹੁਤ ਤਰਕ ਉਠਾਵੇ। ਮਹਾਰਾਜ ਕਹਿੰਦੇ ਇਹ ਤੋਂ ਆਦਿਕ ਲੈ ਕਰਕੇ ਲੋਕ ਇੱਕ ਦੂਜੇ ਉੱਪਰ ਉਂਗਲਾਂ ਚੁੱਕਦੇ ਨੇ, ਬੜੇ ਤਰਕ ਉਠਾਉਂਦੇ ਹਨ। ਲੱਖ ਰੂਪ ਕੋ ਭੇਦ ਨ ਪਾਵੇ। ਪਰ ਜੇਕਰ ਇਹ ਜਾਣਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਉਸ ਨੇ ਹੀ ਸ਼੍ਰੀ ਕ੍ਰਿਸ਼ਨ ਪੈਦਾ ਕੀਤਾ ਹੈ, ਉਸ ਨੇ ਹੀ ਸ਼੍ਰੀ ਰਾਮਚੰਦਰ ਜੀ ਪੈਦਾ ਕੀਤੇ ਨੇ। ਜਿਵੇਂ ਕੋਈ ਦੋ ਨਦੀਆਂ ਦੇ ਕਿਨਾਰੇ ਖੜ ਕੇ ਸੰਗਤ ਜੀ ਇੱਕ ਨਦੀ ਦੀ ਤੇ ਬੜੀ ਸ਼ੋਭਾ ਕਰੇ, ਵਡਿਆਈ ਕਰੇ, ਤੇ ਦੂਸਰੀ ਨਦੀ ਦੀ ਸੰਗਤ ਜੀ ਨਿੰਦਿਆ ਕਰੇ, ਦੂਸਰੀ ਨਦੀ ਵਿੱਚ ਔਗਣ ਚਤਾਰੇ। ਪਰ ਜੇਕਰ ਉਹ ਇਹ ਸੋਚੇ ਕਿ ਇਹ ਦੋਨੋਂ ਨਦੀਆਂ ਇੱਕੋ ਸਮੁੰਦਰ ਵਿੱਚੋਂ ਨਿਕਲੀਆਂ ਨੇ, ਸੱਜੇ ਪਾਸੇ ਵਾਲੀ ਨਦੀ ਵੀ ਖੱਬੇ ਪਾਸੇ ਵਾਲੀ ਨਦੀ ਵੀ ਇੱਕੋ ਸਮੁੰਦਰ ਵਿੱਚੋਂ ਨਿਕਲੀਆਂ ਨੇ, ਔਰ ਇੱਕੋ ਹੀ ਸਮੁੰਦਰ ਵਿੱਚ ਜਾ ਕੇ ਇਹਨਾਂ ਨੇ ਸਮਾਉਣਾ ਹੈ। ਦੋਨਾਂ ਦੇ ਵਿੱਚ ਇੱਕੋ ਸਮੁੰਦਰ ਦਾ ਹੀ ਪਾਣੀ ਵਗ ਰਿਹਾ ਹੈ। ਪਰ ਸੰਗਤ ਜੀ ਇੱਕ ਪਾਸੇ ਵਾਲੇ ਦੀ ਵਡਿਆਈ ਔਰ ਦੂਜੇ ਪਾਸੇ ਵਾਲੇ ਦੀ ਨਿੰਦਿਆ। ਏਦਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਨੇ ਕਿ ਜਿਹੜਾ ਉਹ ਲੱਖ ਰੂਪ ਕੋ ਭੇਦ ਨਾ ਪਾਵੇ, ਆਪਸ ਦੇ ਵਿੱਚ ਝਗੜ ਰਹੇ ਨੇ, ਆਪਸ ਦੇ ਵਿੱਚ ਲੜ ਰਹੇ ਨੇ ਕਿ ਉਹ ਨੀਵਾਂ ਹੈ, ਉੱਚਾ ਹੈ। ਪਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ,
ਉਹਦਾ ਭੇਦ ਨਹੀਂ ਜਾਣਿਆ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਸੀਂ ਪੁਜਾਰੀ ਹਾਂ। ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਪੂਜਣ ਵਾਲੇ ਮੰਨਣ ਵਾਲੇ ਹਾਂ, ਕਿਉਂਕਿ ਸਾਡੀ ਗੁਰੂ ਗ੍ਰੰਥ ਸਾਹਿਬ ਜੀਆਂ ਅੱਗੇ ਕੀਤੀ ਅਰਦਾਸ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਂਦੀ ਹੈ। ਕਿਉਂਕਿ ਭੱਟ ਸਾਹਿਬਾਨਾਂ ਨੇ ਆਪਣੇ ਮੁਖੋਂ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਵਈਆਂ ਦੇ ਵਿੱਚ ਪੜ੍ਹ ਲਵੋ। ਗੁਰੂ ਨਾਨਕ ਦੇਵ ਜੀਆਂ ਦੇ ਪਰਥਾਏ ਇਹ ਸ਼ਬਦ ਕਹੇ ਸਨ ਕਿ ਆਪ ਨਾਰਾਇਣ ਕਲਾ ਧਰ ਜਗ ਮਹਿ ਪਰਵਰਿਓ। ਐਸਾ ਸ਼ਬਦ ਕਿਤੇ ਤੁਹਾਨੂੰ ਨਹੀਂ ਮਿਲੇਗਾ। ਸੰਸਾਰ ਦੇ ਵਿੱਚ ਧਾਰਮਿਕ ਪੁਸਤਕਾਂ ਬੁੱਕਾਂ ਬੜੀਆਂ ਹਨ, ਬੜੇ ਗ੍ਰੰਥ ਹੋਏ ਨੇ, ਪੁਰਾਣ ਹੋਏ ਨੇ, ਸ਼ਾਸਤਰ ਸਿਮਰਤੀਆਂ ਹੋਈਆਂ ਨੇ, ਪਰ ਕਿਤੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਜ਼ਿਕਰ ਨਹੀਂ ਹੋਇਆ। ਜੇਕਰ ਅਕਾਲ ਪੁਰਖ ਵਾਹਿਗੁਰੂ ਦਾ ਜ਼ਿਕਰ ਹੋਇਆ ਹੈ ਤੇ ਭੱਟ ਸਾਹਿਬਾਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਰਥਾਏ ਆਖਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਕਿ ਆਪ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਰੂਪ ਹੋ ਕਰਕੇ ਸੰਸਾਰ ਤੇ ਆਏ ਹਨ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਕਿ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਪਾਇਆ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ। ਜੋ ਸੰਸਾਰ ਤੇ ਆਏ ਹਨ ਉਹਨਾਂ ਦੇ ਅਵਤਾਰ ਉਹਨਾਂ ਪਿੱਛੇ ਝਗੜ ਰਹੇ ਨੇ। ਜਾਂਤੇ ਲੱਖ ਉਪਾਸਕ ਬਨੋ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ, ਭਾਈ ਗੁਰਸਿੱਖੋ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਸੱਚਖੰਡ ਵਸੈ ਨਿਰੰਕਾਰ, ਉਹਦੇ ਉਪਾਸਕ ਬਣੋ। ਜਿੱਥੇ ਮਰਜੀ ਜਾ ਕਰਕੇ ਅਰਦਾਸ ਬੇਨਤੀ ਕਰ ਲਵੋ। ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਥਾਵਾਂ ਦੇ ਉੱਪਰ ਸਮਰੱਥ ਹੈ। ਹੋਏ ਨਿਰਵੈਰ ਵਿਕਾਰਨ ਹਨੋ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹ ਨਿਰਵੈਰ ਹੈ। ਨਹੀਂ ਤੇ ਸੰਗਤ ਜੀ ਮੁਸਲਮਾਨ ਮੰਦਿਰ ਵਿੱਚ ਨਹੀਂ ਜਾ ਸਕਦਾ, ਪਰ ਪੰਡਿਤ ਸੰਗਤ ਜੀ ਜਿਹੜਾ ਮੱਕਾ ਹੈ ਜਾਂ ਮਸੀਤ ਹੈ ਉਹਦੇ ਵਿੱਚ ਨਹੀਂ ਜਾ ਸਕਦਾ। ਇੱਕ ਦੂਜੇ ਉੱਪਰ ਰੋਕ ਲੱਗੀ ਹੈ। ਪਰ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਮੁਸਲਮਾਨ ਵੀ ਆਉਂਦੇ ਨੇ, ਪੰਡਿਤ ਲੋਕ ਵੀ ਆਉਂਦੇ ਨੇ, ਸਾਰਿਆਂ ਧਰਮਾਂ ਦੇ ਲੋਕ ਆ ਕੇ ਆਉਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਅਸਥਾਨ ਹੈ। ਉਹ ਕਿਸੇ ਸੰਗਤ ਜੀ ਅਵਤਾਰ ਦਾ ਅਸਥਾਨ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਦਾ ਖੁਦ ਦਾ ਅਸਥਾਨ ਹੈ। ਇਸ ਲਈ ਉਹਦੇ ਤੇ ਮੁਸਲਮਾਨ ਵੀ ਆ ਸਕਦੇ ਨੇ, ਪੰਡਿਤ ਲੋਕ ਵੀ ਆ ਸਕਦੇ ਨੇ, ਹੋਰ ਵੀ ਜਾਤਾਂ ਪਾਤਾਂ ਦੇ ਲੋਕ ਜਾਂਦੇ ਨੇ। ਪਰ ਜਿੱਥੇ ਭੇਦ ਹੈ ਉੱਥੇ ਸੰਗਤ ਜੀ ਮੁਸਲਮਾਨ ਮੰਦਿਰ ਵਿੱਚ ਔਰ ਮੰਦਿਰ ਦੇ ਪੁਜਾਰੀ ਮਸੀਤ ਵਿੱਚ ਨਹੀਂ ਜਾ ਸਕਦੇ, ਇੱਕ ਦੂਜੇ ਨਾਲ ਵੈਰ ਕਮਾਉਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ, ਭਾਈ ਹੋਏ ਨਰਵੈਰ ਬੇਕਾਰ ਨਿਵਾਰਹਾ। ਔਰ ਉਸ ਅਕਾਲ ਪੁਰਖ ਵਾਹਿਗੁਰੂ ਨਿਰਭਉ ਜਪੈ ਸਗਲ ਭਉ ਮਿਟੈ। ਉਸ ਵਾਹਿਗੁਰੂ ਨੂੰ ਸਿਮਰਨਾ ਕਰੋ ਜੋ ਕਿਸੇ ਨਾਲ ਵੈਰ ਨਹੀਂ ਕਰਦਾ ਜੀ। ਸੁਨ ਸਤਿਗੁਰ ਤੇ ਸੰਸੈ ਕੋਏ। ਇਸ ਲਈ ਇਹਨਾਂ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ ਸੀ, ਮਹਾਰਾਜ ਭਗਤ ਨਾਮਦੇਵ ਜੀਆਂ ਦੇ ਜੋ ਦੋ ਸ਼ਬਦ ਹਨ ਉਹਨਾਂ ਦੇ ਬਾਰੇ ਸਾਨੂੰ ਦੱਸੋ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਿੱਖਿਆ ਦਿੱਤੀ ਹੈ ਕਿ ਭਗਤ ਨਾਮਦੇਵ ਜੀ ਨਿਰਗੁਣ ਔਰ ਸਰਗੁਣ ਦੇ ਬਾਰੇ ਦੱਸ ਰਹੇ ਨੇ। ਜਿਹੜੇ ਤੇ ਸਰਗੁਣ ਦੇ ਪੁਜਾਰੀ ਹਨ ਉਹ ਸੰਗਤ ਜੀ ਝਗੜਾ ਕਰਦੇ ਨੇ। ਜੋ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲੇ ਭਾਈ ਕਨ੍ਹਈਆ ਜੀ ਸਨ, ਉਹ ਨਿਰਗੁਣ ਦੇ ਪੁਜਾਰੀ ਹੋ ਚੁੱਕੇ ਸਨ। ਉਹਨਾਂ ਨੂੰ ਸਾਰਿਆਂ ਵਿੱਚੋਂ ਕਲਗੀਧਰ ਮਹਾਰਾਜ ਦਿਖਾਈ ਦਿੰਦੇ ਸਨ। ਜੰਗ ਯੁੱਧ ਹੁੰਦਾ ਤੇ ਗੁਰੂ ਕੇ ਸੰਗ ਮੁਗਲਾਂ ਨੂੰ ਮਾਰ ਫੱਟੜ ਕਰ ਸਿੱਟ ਦਿੰਦੇ ਤੇ ਭਾਈ ਕਨ੍ਹਈਆ ਜੀ ਜਿੱਥੇ ਗੁਰਸਿੱਖਾਂ ਨੂੰ ਜਲ ਛਕਾਉਂਦੇ ਉੱਥੇ ਮੁਸਲਮਾਨਾਂ ਨੂੰ ਵੀ ਜਲ ਛਕਾਉਂਦੇ। ਮੁਸਲਮਾਨਾਂ ਨੂੰ ਵੀ ਸੰਗਤ ਜੀ ਜਾ ਕਰਕੇ ਪਾਣੀ ਪਿਆਉਂਦੇ। ਗੁਰਸਿੱਖਾਂ ਨੇ ਸ਼ਿਕਾਇਤ ਕੀਤੀ, ਧੰਨ ਗੁਰੂ ਕਲਗੀਧਰ ਮਹਾਰਾਜ, ਜੰਗ ਯੁੱਧ ਦੇ ਵਿੱਚ ਅਸੀਂ ਜੂਝਦੇ ਹਾਂ, ਦੁਸ਼ਮਣਾਂ ਨੂੰ ਮਾਰ ਕੇ ਸੁੱਟਦੇ ਹਾਂ, ਤੇ ਆਪ ਜੀਆਂ ਦਾ ਜੋ ਸਿੰਘ ਹੈ ਭਾਈ ਕਨ੍ਹਈਆ ਜੀ ਮਹਾਰਾਜ ਉਹਨਾਂ ਨੂੰ ਪਾਣੀ ਪਿਆ ਕੇ ਫੇਰ ਖੜੇ ਕਰ ਦਿੰਦਾ ਹੈ। ਫੇਰ ਸਾਡੇ ਨਾਲ ਲੜਨ ਦੀ ਉਹਨਾਂ ਵਿੱਚ ਸ਼ਕਤੀ ਆ ਜਾਂਦੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਭਾਈ ਕਨ੍ਹਈਆ ਜੀਆਂ ਨੂੰ ਕੋਲ ਸੱਦਿਆ ਕਿ ਭਾਈ ਗੁਰਸਿੱਖਾ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣਾ ਹੈ। ਕਹਿੰਦਾ ਮਹਾਰਾਜ ਕੀ ਕਰਾਂ, ਮੈਨੂੰ ਉਹਨਾਂ ਵਿੱਚ ਵੀ ਤੁਸੀਂ ਦਿਖਾਈ ਦੇ ਰਹੇ ਹੋ, ਸਿੰਘਾਂ ਵਿੱਚ ਬੈਠੇ ਵੀ ਤੁਸੀਂ ਦਿਸਦੇ ਹੋ,
ਤੇ ਮੁਗਲਾਂ ਦੇ ਵਿੱਚ ਵੀ ਤੁਸੀਂ ਬੈਠੇ ਦਿਸਦੇ ਹੋ। ਗੁਰੂ ਕਲਗੀਧਰ ਮਹਾਰਾਜ ਜੀਆਂ ਨੂੰ ਇੱਕ ਅਕਾਲ ਪੁਰਖ ਕਰਕੇ ਜਾਣਿਆ ਹੈ, ਜਿਸ ਦੀ ਹੋਂਦ ਪੰਡਤਾਂ ਵਿੱਚ ਵੀ ਹੈ, ਮੁਸਲਮਾਨਾਂ ਵਿੱਚ ਵੀ ਹੈ, ਸੰਗਤ ਜੀ ਸਿੱਖਾਂ ਵਿੱਚ ਵੀ ਹੈ, ਸਾਰੇ ਸੰਸਾਰ ਦੇ ਅਜੀਬਾਂ ਵਿੱਚ ਹੈ। ਇਸ ਲਈ ਜੋ ਭਾਈ ਕਨ੍ਹਈਆ ਜੀ ਹੋਏ ਹਨ, ਉਹ ਸੰਗਤ ਜੀ ਨਿਰਗੁਣ ਸਰੂਪ ਦੇ ਪੁਜਾਰੀ ਸਨ। ਇਸ ਲਈ ਸਾਰਿਆਂ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਿਖਾਈ ਦਿੰਦੇ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਵੀ ਇਹੀ ਉਪਦੇਸ਼ ਦਿੱਤਾ ਕਿ ਸੁਣ ਸਤਿਗੁਰ ਤੇ ਸੰਸੈ ਖੋਏ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਚਨਾਂ ਨੂੰ ਸੁਣ ਕਰਕੇ ਜਿਹੜੇ ਗੁਰਸਿੱਖ ਆਏ ਸਨ, ਉਹਨਾਂ ਦੇ ਸ਼ੰਕੇ ਮਿਟੇ ਨੇ। ਲਖਿਆ ਸਰੂਪ ਆਪਨੋ ਜੋਏ। ਪਰ ਸੰਗਤ ਜੀ ਉਹਨਾਂ ਨੇ ਵੀ ਜਾਣ ਲਿਆ ਕਿ ਇਹ ਜੋ ਜਾਤਾਂ ਪਾਤਾਂ ਹਨ, ਇਹ ਤੇ ਕੇਵਲ ਇਹ ਸੰਸਾਰ ਤੇ ਆ ਕੇ ਬਣਦੀਆਂ ਨੇ। ਪਿੱਛੋਂ ਤੇ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਵੱਲੋਂ ਪੈਦਾ ਹੋਏ ਹਾਂ ਤੇ ਮਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾਉਣਾ ਹੈ। ਦੋਪਰਾ ਕਾਲੂ ਚਾਉ ਬੰਮੀਆਂ ਗੋਇੰਦ ਘੇਈ ਆਨ। ਗੁਰ ਸੰਗਤ ਜੀ ਭਾਈ ਕਾਲੂ ਜੀ ਚਾਉ ਜੀ ਜੋ ਬੰਮੀਆਂ ਜਾਤ ਗੋਤ ਦੇ ਸਨ, ਭਾਈ ਗੋਇੰਦ ਜੀ ਜੋ ਘੇਈ ਜਾਤ ਗੋਤ ਦੇ ਸਨ। ਮੂਲਾ ਹਿਮ ਕਪਾਹੀਆ ਧਾਰੋ ਸੂਰ ਮਹਾਨ। ਭਾਈ ਮੂਲਾ ਜੀ ਜੋ ਕਪਾਹੀਆ ਜਾਤ ਗੋਤ ਦੇ ਬੜੇ ਸੂਰਮੇ ਸਨ। ਚੌਪਈ ਛੱਜੂ ਨਿਹਾਲੂ ਦੋਨੋਂ ਭਲੇ। ਭਾਈ ਛੱਜੂ ਜੀ ਭਾਈ ਨਿਹਾਲੂ ਜੀ ਇਹ ਦੋਨੇ ਹੀ ਬੜੇ ਭਲੇ ਬੜੇ ਚੰਗੇ ਸਨ। ਪੁੱਤੋ ਕੋਹਲੀ ਰਾਮੂ ਮਿਲੇ। ਗੁਰ ਸੰਗਤ ਜੀ ਕੋਹਲੀ ਜਾਤ ਗੋਤ ਦੇ ਭਾਈ ਰਾਮੂ ਜੀ ਵੀ ਆ ਮਿਲੇ ਨੇ। ਤੁਲਸਾ ਬਹਰਾ ਸਾਈਂ ਦਿੱਤਾ। ਬਹਰਾ ਜਾਤ ਗੋਤ ਦੇ ਭਾਈ ਤੁਲਸਾ ਜੀ ਔਰ ਭਾਈ ਸਾਈਂ ਦਿੱਤਾ ਜੀ। ਆਕੁਲ ਅਰਦਾ ਮੁਦਰ ਮਿੱਤਾ। ਔਰ ਸੰਗਤ ਜੀ ਭਾਈ ਆਕੁਲ ਭਾਈ ਦਮੋਦਰ ਇਹ ਦੋਨੋਂ ਮਿੱਤਰ ਸਨ। ਵਿਗਹੇ ਮੱਲ ਅਰ ਆਵਲ ਭਾਨਾ। ਔਰ ਸੰਗਤ ਜੀ ਬਿਗਲਹ ਮੱਲ ਹੋਏ ਨੇ, ਆਵਲ ਜਾਤ ਗੋਤ ਦੇ ਭਾਈ ਭਾਨਾ ਜੀ ਹੋਏ ਹਨ। ਬੁੱਧੂ ਛਿੰਬਾ ਆਏ ਸੁਜਾਨਾ। ਭਾਈ ਬੁੱਧੂ ਜੀ ਜੋ ਸ਼ਿੰਬਿਆਂ ਦੀ ਜਾਤ ਗੋਤ ਵਿੱਚੋਂ ਬੜੇ ਸਿਆਣੇ, ਉਹ ਵੀ ਆਏ ਨੇ। ਭਿੱਖਾ ਟੋਡਾ ਜੋਗ ਭਟ ਆਹੇ। ਔਰ ਸੰਗਤ ਜੀ ਭੱਟ ਜਾਤ ਗੋਤ ਦੇ ਭਾਈ ਭਿੱਖਾ ਜੀ ਭਾਈ ਟੋਡਾ ਜੀ ਦੋਨੋਂ ਮਿਲੇ ਹਨ। ਤਿੰਨ ਸੰਗ ਮਿਲੇ ਸੋ ਖੋੜਸ ਕਹੇ। ਇਹ ਸਾਰੇ ਸੰਗਤ ਜੀ 16 ਜਾਣੇ ਸਨ। 16 ਜਾਣੇ ਇਕੱਠੇ ਹੋ ਕਰਕੇ ਆਪਸ ਵਿੱਚ ਮਿਲੇ ਨੇ। ਸਭ ਸੁਲਤਾਨਪੁਰੇ ਕੇ ਵਾਸੀ। ਇਹ ਸਾਰੇ ਸੁਲਤਾਨਪੁਰ ਦੇ ਰਹਿਣ ਵਾਲੇ ਸਨ। ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇਹ ਜੋ 16 ਗੁਰਸਿੱਖ ਸਨ। ਚਲ ਆਏ ਸ੍ਰੀ ਅਰਜਨ ਪਾਸੀ। ਔਰ 16 ਦੇ 16 ਗੁਰਸਿੱਖ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਸੁਲਤਾਨਪੁਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਪਹੁੰਚਦੇ ਨੇ। ਬੰਦਨ ਕੀਨ ਕਮਲ ਸਮਪਾਇਨ। ਸਤਿਗੁਰਾਂ ਦੇ ਜੋ ਚਰਨ ਕਮਲ ਹਨ, ਉਹਨਾਂ ਤੇ ਜਾ ਕਰਕੇ 16 ਨੇ ਬੰਦਨਾ ਨਮਸਕਾਰ ਕੀਤੀ ਹੈ। ਜਥਾ ਸ਼ਕ ਧਰ ਅਗਰ ਉਪਾਇਨ। ਜਿੰਨੀ ਕੁ ਸਮਰੱਥਾ ਸੀ ਉਸੇ ਅਨੁਸਾਰ ਜਿਹੜੀ ਭੇਟਾਂ ਮਹਾਰਾਜ ਜੀਆਂ ਨੂੰ ਕਿਸੇ ਨੇ ਮਾਇਆ ਵਸਤਰ ਅਨਾਜ ਆਦਿਕ ਸੇਵਾ ਕੀਤਾ ਹੈ। ਹੱਥ ਜੋੜ ਅਰਦਾਸ ਉਚਾਰੀ। 16 ਜਾਣਿਆਂ ਨੇ ਹੱਥ ਜੋੜ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਹੈ। ਹਮ ਸਿੱਖ ਸਭ ਗੁਰ ਅਮਰ ਅਗਾਰੀ। ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਸੀਂ ਸਾਰੇ ਜਿਹੜੇ ਗੁਰਸਿੱਖ ਸੁਲਤਾਨਪੁਰ ਲੋਧੀ ਤੋਂ ਆਏ ਹਾਂ, ਔਰ ਜਿਸ ਸਮੇਂ ਗੁਰੂ ਅਮਰਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਵਸਦੇ ਸਨ, ਅਸੀਂ ਉਦੋਂ ਗੁਰਸਿੱਖੀ ਧਾਰਨ ਕੀਤੀ ਸੀ। ਉਪਦੇਸਿਓ ਹਮਕੋ ਬਿਦ ਏਵਾ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜਦੋਂ ਗੁਰਸਿੱਖੀ ਦੀ ਦਾਤ ਬਖਸ਼ੀ ਤੇ ਏਦਾਂ ਸਾਨੂੰ ਉਪਦੇਸ਼ਿਆ ਹੈ ਧਰਮ ਕਿਰਤ ਕਰ ਸਿੱਖਣ ਸੇਵਾ। ਕਿ ਜਿਹੜੀ ਕਿਰਤ ਕਰਨੀ ਹੈ ਹਮੇਸ਼ਾ ਧਰਮ ਵਿੱਚ ਰਹਿ ਕੇ ਕਰਨੀ ਹੈ। ਜਿਹੜਾ ਧਰਮ ਕਿਰਤ ਕਰਨ ਨੂੰ ਕਹਿੰਦਾ ਹੈ ਨਾ, ਐਸੀ ਕਿਰਤ ਹੀ ਕਰਨੀ ਹੈ। ਜਿੱਥੇ ਧਰਮ ਦੀ ਕਿਰਤ ਨਾ ਹੋਵੇ ਉਹ ਨਹੀਂ ਕਰਨੀ। ਔਰ ਸਿੱਖਣ ਸੇਵਾ, ਗੁਰਸਿੱਖਾਂ ਦੀ ਸੇਵਾ ਕਰਨੀ ਹੈ ਜੀ। ਮਿੱਠਾ ਬੋਲਣ
ਹਰ ਮਨ ਨੀਵਾ। ਹਰ ਇੱਕ ਨੂੰ ਮਿੱਠਾ ਬੋਲਣਾ ਹੈ ਔਰ ਮਨ ਨੀਵਾ ਰੱਖਣਾ ਹੈ। ਪਾਛਲ ਨਿਸ ਇਸਨਾਨ ਸਦੀਵਾ। ਔਰ ਇਸ ਪ੍ਰਕਾਰ ਪਹਿਰ ਰਾਤ ਰਾਤਰੀ ਰਹਿੰਦਿਆਂ ਇਸ਼ਨਾਨ ਪਾਨ ਕਰਨਾ ਹੈ ਜੀ। ਪੁਰ ਪੋਤ ਲਗ ਪਠ ਗੁਰਬਾਣੀ। ਤੇ ਜਦੋਂ ਅੰਮ੍ਰਿਤ ਵੇਲਾ ਹੋ ਜਾਵੇ, ਇਸ਼ਨਾਨ ਪਾਨ ਹੋ ਜਾਵੇ, ਫਿਰ ਗੁਰਬਾਣੀ ਪੜ੍ਹਨੀ ਹੈ। ਬਹੁਰ ਕਿਰਤ ਕੀਜੈ ਹਿਤ ਠਾਨੀ। ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨੀ, ਗੁਰੂ ਕੇ ਦਰਸ਼ਨ ਕਰਕੇ ਫਿਰ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੀ ਹੈ ਜੀ। ਕਿਸੀ ਪ੍ਰਕਾਰ ਕਰਤ ਹਮ ਰਹੇ। ਮਹਾਰਾਜ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਾਨੂੰ ਬਚਨ ਕਹੇ ਸਨ, ਠੀਕ ਅਸੀਂ ਉਸੇ ਤਰ੍ਹਾਂ ਹੀ ਕਰਦੇ ਹਾਂ। ਤੁਮ ਸ਼ਾਂਤ ਨਹਿ ਮਨ ਕੋ ਲਹੇ। ਪਰ ਮਨ ਦੇ ਵਿੱਚ ਉਹ ਸ਼ਾਂਤੀ ਪ੍ਰਾਪਤ ਨਹੀਂ ਹੋਈ, ਮਨ ਨੂੰ ਉਹ ਸ਼ਾਂਤ ਸੁਖ ਪ੍ਰਾਪਤ ਨਹੀਂ ਹੋਇਆ। ਕਿਰਪਾ ਕਰੋ ਅਬ ਦੇਖੋ ਉਪਦੇਸ਼। ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ, ਅਸੀਂ ਗੁਰੂ ਕੇ ਬਚਨ ਕਮਾਉਂਦੇ ਹਾਂ, ਗੁਰੂ ਕੇ ਦਿੱਤੇ ਬਚਨਾਂ ਤੇ ਮਹਾਰਾਜ ਚੱਲਦੇ ਹਾਂ, ਪਰ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ, ਮਨ ਨੂੰ ਸੁਖ ਪ੍ਰਾਪਤ ਨਹੀਂ ਹੋਇਆ, ਮਨ ਤਪਿਆ ਰਹਿੰਦਾ ਹੈ। ਕੀ ਕਾਰਨ ਹੈ? ਆਪ ਜੀ ਦੱਸਣਾ ਕਰੋ ਜੀ। ਜਿਸਤੇ ਮਨ ਹੋਏ ਸ਼ਾਂਤ ਵਿਸ਼ੇਸ਼। ਮਹਾਰਾਜ ਐਸਾ ਕੋਈ ਉਪਾਅ ਢੰਗ ਤਰੀਕਾ ਦੱਸੋ ਕਿ ਸਾਡੀ ਸੇਵਾ ਸਿਮਰਨ ਵਿੱਚ ਕਿਰਤ ਕਮਾਈ ਵਿੱਚ ਕੀ ਕਮੀ ਹੈ, ਜੋ ਮਨ ਸ਼ਾਂਤ ਨਹੀਂ ਹੁੰਦਾ। ਆਪ ਜੀ ਕਿਰਪਾ ਕਰਕੇ ਮਨ ਨੂੰ ਸ਼ਾਂਤੀ ਬਖਸ਼ੋ ਜੀ। ਸ੍ਰੀ ਅਰਜਨ ਸੁਨ ਬਾਕ ਬਖਾਨਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣ ਕੇ ਬੋਲੇ ਨੇ, ਰਾਜ ਤਮ ਗੁਣ ਜੇ ਤਿਆਗ ਨਹਿ ਠਾਨਾ। ਮਹਾਰਾਜ ਕਹਿੰਦੇ ਭਾਈ, ਇੱਕ ਰਜੋ ਗੁਣ ਹੁੰਦਾ ਹੈ, ਇੱਕ ਤਮੋ ਗੁਣ ਹੁੰਦਾ ਹੈ। ਜੇਕਰ ਮਨੁੱਖ ਗੁਰੂ ਕੇ ਬਚਨ ਵੀ ਕਮਾਈ ਜਾਵੇ ਔਰ ਰਜੋ ਗੁਣ ਔਰ ਤਮੋ ਗੁਣ ਦਾ ਧਾਰਨੀ ਵੀ ਬਣਿਆ ਰਹੇ, ਹਿਰਦੈ ਸ਼ਾਂਤ ਕੀ ਗੁਣ ਨਹਿ ਧਾਰੂ। ਤੇ ਜਿਹੜਾ ਸ਼ਾਂਤਕ ਗੁਣ ਹੈ, ਰਜੋ ਤਮੋ ਸਤੋ ਗੁਣ ਹੈ, ਸਤੋ ਗੁਣ ਨੂੰ ਧਾਰੇ ਨਾ, ਤੇ ਮਹਾਰਾਜ ਕਹਿੰਦੇ ਫਿਰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਤੌਲਕ ਸ਼ਾਂਤ ਨਾ ਭਲੇ ਵਿਚਾਰੋ। ਮਹਾਰਾਜ ਕਹਿੰਦੇ ਇਹ ਤਿੰਨ ਗੁਣਾਂ ਦੇ ਲੋਕ ਹੁੰਦੇ ਨੇ, ਇੱਕ ਰਜੋ ਗੁਣ ਵਾਲੇ, ਇੱਕ ਤਮੋ ਗੁਣ ਵਾਲੇ ਤੇ ਔਰ ਇੱਕ ਸਤੋ ਗੁਣ ਵਾਲੇ। ਜਿੰਨਾ ਸਮਾਂ ਸਤੋ ਗੁਣ ਦੇ ਧਾਰਨੀ ਨਹੀਂ ਬਣਦੇ ਭਾਈ, ਉਹਨਾਂ ਸਮਾਂ ਜਿਹੜੀ ਸ਼ਾਂਤੀ ਹੈ, ਸੁਖ ਪ੍ਰਾਪਤ ਨਹੀਂ ਹੋਣਾ। ਸੁਨ ਸਿੱਖਨ ਗੁਰ ਪੂਜਨ ਕਰੇ। ਗੁਰਸਿੱਖਾਂ ਇਹਨਾਂ 16 ਗੁਰਸਿੱਖਾਂ ਨੇ ਜਦੋਂ ਬਚਨ ਸੁਨੇ ਔਰ ਪੁੱਛਿਆ ਹੈ, ਖੁਨਨ ਪ੍ਰੀਖਿਆ ਹਮ ਕਿਮ ਧਰੇ। ਮਹਾਰਾਜ ਸਾਨੂੰ ਭਲਾ ਕਿਵੇਂ ਪਰਖ ਹੋਵੇਗੀ ਇਹਨਾਂ ਗੁਣਾਂ ਦੀ ਕਿ ਅਸੀਂ ਰਜੋ ਗੁਣ ਵਾਲੇ, ਤਮੋ ਗੁਣ ਵਾਲੇ ਜਾਂ ਸਤੋ ਗੁਣ ਵਾਲੇ ਹਾਂ। ਸ੍ਰੀ ਮੁਖ ਤੇ ਕਹੈ ਸੁਨ ਦੇ ਮਨ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਦੱਸਦੇ ਆ, ਸਮਝਾਉਣੇ ਹਾਂ, ਮਨ ਲਾ ਕੇ ਸੁਣਨਾ ਕਰੋ ਜੀ। ਹਿੰਸਾ ਕ੍ਰੋਧ ਤਾਮਸੀ ਗੁਣ ਹੈ। ਮਹਾਰਾਜ ਕਹਿੰਦੇ ਜਿਹੜਾ ਹਮੇਸ਼ਾ ਝਗੜਦਾ ਰਹੇ ਤੇ ਬੜੇ ਕ੍ਰੋਧ ਵਾਲਾ ਹੋਵੇ, ਉਹ ਤਮੋ ਗੁਣ ਦਾ ਧਾਰਨੀ ਹੁੰਦਾ ਹੈ। ਕਰਨੋ ਭਲੋ ਹਿਰਦੈ ਅਭਿਮਾਨ। ਮਹਾਰਾਜ ਕਹਿੰਦੇ ਕਰਨੋ ਲੋਭ ਹਿਰਦੈ ਅਭਿਮਾਨ, ਜੀ ਦੇ ਮਨ ਦੇ ਵਿੱਚ ਬੜਾ ਹੰਕਾਰ ਹੋਵੇ ਔਰ ਬੜਾ ਲੋਭ ਲਾਲਚੀ ਹੋਵੇ ਕਿ ਸਾਰਾ ਕੁਝ ਮੇਰਾ ਹੀ ਹੋ ਜਾਵੇ। ਇਹੀ ਰਾਜਸੀ ਗੁਣਨ ਪਛਾਨ। ਭਾਈ ਜਿਹੜੇ ਐਸੇ ਲੋਕ ਹੁੰਦੇ ਨੇ, ਇਹ ਰਜੋ ਗੁਣ ਦੇ ਧਾਰਨੀ ਬਣਦੇ ਹਨ। ਮਿੱਠਾ ਬੋਲਣ ਅਰਨ ਵਿਚਾਲੇ। ਔਰ ਜਿਹੜਾ ਹਮੇਸ਼ਾ ਮਿੱਠਾ ਬੋਲੇ ਤੇ ਨੀਵਾ ਹੋ ਕੇ ਚੱਲੇ ਜੀ। ਇਹੀ ਸ਼ਾਂਤ ਕੀ ਹੋ ਸੁਖ ਵਾਲੇ। ਮਹਾਰਾਜ ਕਹਿੰਦੇ ਐਸੇ ਲੋਕ ਸਤੋ ਗੁਣ ਦੇ, ਸ਼ੁਭ ਗੁਣ ਦੇ ਧਾਰਨੀ ਹੁੰਦੇ ਨੇ। ਜਿਸ ਆਹਾਰ ਤੇ ਉਤਪਤ ਹੋਏ। ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਗੁਣ ਹਨ ਨਾ, ਰਜੋ ਤਮੋ ਸਤੋ, ਇਹ ਦਰਅਸਲ ਜਿਹੜਾ ਤੁਸੀਂ ਰੋਜ਼ ਦਾ ਭੋਜਨ ਖਾਂਦੇ ਹੋ ਉਹਦੇ ਤੋਂ ਪੈਦਾ ਹੁੰਦੇ ਨੇ। ਸ਼ਰਵਣ ਕਰੋ ਮਨ ਦੇ ਕਰ ਸੋਏ। ਮਹਾਰਾਜ ਕਹਿੰਦੇ ਭਾਈ ਸ਼ਰਵਣ ਕਰੋ, ਕਿਹੜੇ ਕਿਹੜੇ ਖਾਣਿਆਂ ਦੇ ਨਾਲ ਕਿਹੜੇ ਕਿਹੜੇ ਗੁਣ ਪੈਦਾ ਹੁੰਦੇ ਨੇ। ਨਿਸਬਾਸੀ ਚਰਪਰਾ ਸੋ ਖਾਵੇ। ਮਹਾਰਾਜ ਕਹਿੰਦੇ ਜਿਹੜਾ ਰਾਤ ਦਾ ਬਚਿਆ ਹੋਇਆ ਭੋਜਨ ਖਾਵੇ, ਬੇਹਾ ਭੋਜਨ ਖਾਵੇ, ਔਰ ਜਿਹੜਾ ਚਟਪਟਾ ਜੇ ਸਵਾਦਲੇ ਭੋਜਨ ਖਾਵੇ ਜੀ। ਬਹੁ ਸੁਖਤ ਹੈ
ਪਰ ਨਿੰਦ ਅਲਾਵੈ। ਮਹਾਰਾਜ ਕਹਿੰਦੇ ਰਾਤ ਦਾ ਬਚਿਆ ਹੋਇਆ ਭੋਜਨ ਖਾਵੇ, ਚਟਪਟੇ ਭੋਜਨ ਖਾ ਕਰਕੇ ਸੌ ਜਾਵੇ। ਕੋਈ ਸਤ ਸੰਗਤ ਨਹੀਂ, ਸੇਵਾ ਸਿਮਰਨ ਨਹੀਂ, ਕੋਈ ਨਿਤਨੇਮ ਨਹੀਂ। ਮਹਾਰਾਜ ਕਹਿੰਦੇ ਭਾਈ ਜਿਹੜਾ ਰਾਤ ਦਾ ਬਚਿਆ ਬੇਹਾ ਭੋਜਨ ਖਾਂਦੇ, ਚਟਪਟੇ ਭੋਜਨ ਖਾਂਦੇ ਨੇ, ਬਹੁਤ ਸੁਖਤ ਹੈ। ਫਿਰ ਸੌ ਜਾਵੇ ਤੇ ਜਦੋਂ ਉੱਠੇ ਪਰ ਨਿੰਦਾ ਅਲਾਵੇ। ਜਦੋਂ ਵੀ ਉੱਠੇ ਘਰੋਂ ਬਾਹਰ ਆਵੇ, ਕਦੀ ਉਹਦੀ ਨਿੰਦਿਆ ਕਰ ਲਈ, ਕਦੀ ਉਹਦੀ ਨਿੰਦਿਆ ਕਰ ਲਈ। ਭਾਵ ਜਿੰਨਾ ਸਮਾਂ ਸੁੱਤਾ ਹੈ ਸੁੱਤਾ ਹੈ, ਜਦੋਂ ਉੱਠਿਆ ਹੈ ਮੂੰਹ ਖੋਲਿਆ ਹੈ ਨਿੰਦਿਆ ਹੀ ਕੀਤੀ ਹੈ। ਰਾਖੇ ਆਪਣੋ ਬੇਸਮਲੀਨ, ਤੇ ਆਪਣੇ ਆਪ ਨੂੰ ਬੜਾ ਮੈਲਾ ਕਚੈਲਾ ਜਿਹਾ ਰੱਖੇ। ਨਾ ਟਾਈਮ ਸਿਰ ਨਹਾਵੇ ਧੋਵੇ, ਨਾ ਕੋਈ ਵਸਤਰ ਸੋਹਣੇ ਪਾਵੇ। ਮਹਾਰਾਜ ਕਹਿੰਦੇ ਮੈਲਾ ਜਿਹਾ ਬਣ ਕੇ ਰਹੇ ਜੀ। ਬੋਲੇ ਕੂੜ ਸੰਗ ਬੁੱਧਹੀਨ, ਮਹਾਰਾਜ ਕਹਿੰਦੇ ਹਮੇਸ਼ਾ ਝੂਠ ਹੀ ਬੋਲੇ, ਭੈੜੀ ਬੁੱਧੀ ਦਾ ਧਾਰਨੀ ਹੋਵੇ, ਜਿਹਨੂੰ ਕਿਨੂੰ ਝੂਠ ਬੋਲ ਕੇ ਠੱਗ ਲਵੇ। ਇਸਤੇ ਤਾਮਸ ਗੁਣ ਉਪਜੰਤੇ, ਮਹਾਰਾਜ ਕਹਿੰਦੇ ਭਾਈ ਇਹ ਸਾਰੇ ਤਮੋ ਗੁਣ ਦੇ ਧਾਰਨੀ ਹੁੰਦੇ ਨੇ, ਜਿਹੜੇ ਇਸ ਪ੍ਰਕਾਰ ਰਾਤ ਦਾ ਬੇਹਾ ਭੋਜਨ ਚਟਪਟੇ ਭੋਜਨ ਖਾਂਦੇ ਨੇ, ਬਹੁਤਾ ਸੌਂਦੇ ਨੇ, ਨਿੰਦਿਆ ਕਰਦੇ ਨੇ, ਮੈਲੇ ਜੇ ਬਣ ਕੇ ਰਹਿੰਦੇ, ਕੂੜ ਝੂਠ ਬੋਲਦੇ ਨੇ। ਮਹਾਰਾਜ ਕਹਿੰਦੇ ਜਿਹੜੇ ਐਸੇ ਲੋਕ ਹੁੰਦੇ ਨੇ ਇਹ ਤਮੋ ਗੁਣ ਵਾਲੇ ਹੁੰਦੇ ਹਨ। ਮਧੁਰ ਸਲਵਨ ਆਹਾਰ ਕਰਨ ਤੇ, ਮਹਾਰਾਜ ਕਹਿੰਦੇ ਫਿਰ ਦੂਜੇ ਭਾਈ ਜਿਹੜੇ ਬਹੁਤਾ ਮਿੱਠਾ ਖਾਣ, ਬਹੁਤਾ ਹੀ ਮਿੱਠਾ ਖਾਣ ਤੇ ਬਹੁਤਾ ਲੂਣਾ ਖਾਣ। ਜੇ ਮਿੱਠਾ ਖਾਣਾ ਹੈ ਤੇ ਬਹੁਤਾ ਹੀ ਮਿੱਠਾ ਖਾਣਾ ਹੈ, ਜੇਕਰ ਲੂਣਾ ਖਾਣਾ ਹੈ ਤੇ ਬਹੁਤਾ ਲੂਣਾ ਖਾਣ ਜੀ। ਇਸਤਰੀ ਰਮਨ ਸੁਜਸ ਕੋ ਚਾਹੈ, ਔਰ ਗ੍ਰਸਤ ਨੂੰ ਬਾਰ-ਬਾਰ ਭੋਗਣ ਇਸ ਪ੍ਰਕਾਰ ਸੋ ਜਸ ਚਾਹੈ ਤੇ ਆਪਣੀ ਵਡਿਆਈ ਚਾਹਣ। ਥੋੜੀ ਜੀ ਕੋਈ ਵਡਿਆਈ ਕਰ ਦੇਵੇ ਨਾ ਤੇ ਉਹਨਾਂ ਤੋਂ ਕੁਝ ਕਰਵਾ ਲਵੇ, ਸੋ ਜਸ ਕੋ ਚਾਹੈ ਆਪਣੀ ਵਡਿਆਈ ਹਮੇਸ਼ਾ ਹੀ ਚਾਹਣ ਜੀ। ਗੁਣ ਸੋ ਰਾਜਸੀ ਇਸਤੇ ਲਹੈ, ਮਹਾਰਾਜ ਕਹਿੰਦੇ ਇਹ ਰਜੋ ਗੁਣ ਦੇ ਧਾਰਨੀ ਹੁੰਦੇ ਨੇ ਲੋਕ, ਜਿਹੜੇ ਭਾਈ ਬਹੁਤਾ ਮਿੱਠਾ ਬਹੁਤਾ ਲੂਣਾ ਆਪਣੀ ਜਸ ਵਡਿਆਈ ਗ੍ਰਸਤ ਦਾ ਕਰਨਾ ਆਦਿਕ ਮਹਾਰਾਜ ਕਹਿੰਦੇ ਇਹ ਭੋਗ ਭੋਗਦੇ ਨੇ। ਇਹ ਲੋਕ ਰਜੋ ਗੁਣ ਦੇ ਧਾਰਨੀ ਹੁੰਦੇ ਹਨ। ਉਜਲ ਬਸਤਰ ਕਰਨ ਇਸਨਾਨ, ਮਹਾਰਾਜ ਕਹਿੰਦੇ ਫਿਰ ਤੀਸਰੇ ਜਿਹੜੇ ਉਜਲ ਸੋਹਣੇ ਚਿੱਟੇ ਬਸਤਰ ਪਹਿਨ ਕੇ ਰੱਖਦੇ ਨੇ ਤੇ ਬੜੇ ਸਮੇਂ ਸਿਰ ਇਸ਼ਨਾਨ ਪਾਨ ਕਰਦੇ ਹਨ। ਚਾਵਰ ਦਾਲ ਅਲਪ ਕਰ ਖਾਨ, ਤੇ ਚੌਲ ਦਾਲ ਹੀ ਸਵਾਦ ਦੇ ਨਾਲ ਖਾਂਦੇ ਨੇ। ਸਵਾਦ ਲਾ ਜਿਹਾ ਲੂਣ ਪਾ ਕਰਕੇ, ਮਿੱਠੇ ਵਾਲੀ ਚੀਜ਼ ਹੋਵੇ ਚਾਹੇ ਲੂਣ ਵਾਲੀ, ਇਹਦਾ ਮਾਤਰ ਸਮਾਨ ਜੇ ਰੱਖਦੇ ਨੇ ਲੂਣ ਨੂੰ ਤੇ ਮਿੱਠੇ ਨੂੰ। ਚਾਵਲ ਦਾਲ ਅਲਪ ਕਰ ਖਾਨ, ਚੌਲ ਦਾਲ ਦੀ ਖਾਣ ਵਿੱਚ ਸਵਾਦ ਰੱਖਦੇ ਨੇ ਔਰ ਉਹ ਵੀ ਥੋੜਾ ਹੀ ਛਕਦੇ ਹਨ। ਹੋਏ ਸ਼ਾਂਤ ਕੀ ਗੁਣ ਇਨ ਕਰੇ, ਮਹਾਰਾਜ ਕਹਿੰਦੇ ਭਾਈ ਇਹ ਐਸੇ ਲੋਕ ਜਿਹੜੇ ਉਜਲ ਸਾਫ ਸੁਥਰੇ ਬਣ ਕੇ ਰਹਿੰਦੇ, ਇਸ਼ਨਾਨ ਪਾਨ ਕਰਕੇ ਰਹਿੰਦੇ, ਚੌਲ ਦਾਲ ਏਦਾਂ ਖਾ ਕਰਕੇ। ਮਹਾਰਾਜ ਕਹਿੰਦੇ ਅਲਪ ਆਹਾਰ ਸੁਲਪ ਸੀ ਨਿਦਰਾ, ਥੋੜਾ ਸੌਂਦੇ, ਥੋੜਾ ਖਾਂਦੇ, ਥੋੜਾ ਬੋਲਦੇ ਨੇ ਨਾ, ਇਹ ਭਾਈ ਸਤੋ ਗੁਣ ਦੇ ਧਾਰਨੀ ਹੁੰਦੇ ਨੇ। ਇਨੋ ਪ੍ਰੀਖਿਆ ਕੋ ਇਮ ਧਰੇ, ਮਹਾਰਾਜ ਕਹਿੰਦੇ ਭਾਈ ਇਹ ਤਿੰਨਾਂ ਗੁਣਾਂ ਦੀ ਤੁਹਾਨੂੰ ਪਰਖ ਦੱਸ ਦਿੱਤੀ ਹੈ, ਹੁਣ ਜਾਣ ਲਵੋ ਅਸੀਂ ਤਮੋ ਗੁਣ ਵਾਲੇ ਆ, ਰਜੋ ਗੁਣ ਵਾਲੇ ਆ ਜਾਂ ਸਤੋ ਗੁਣ ਦੇ ਧਾਰਨੀ ਹਾਂ। ਸਨਮੁਖ ਸ਼ਬਦ ਬਦਨ ਦ੍ਰਿਗ ਕਰੀਏ ਹੈ, ਮਹਾਰਾਜ ਕਹਿੰਦੇ ਭਾਈ ਫਿਰ ਜਿਹੜੇ ਸਤੋ ਗੁਣ ਦੇ ਧਾਰਨੀ ਹੁੰਦੇ ਨੇ ਨਾ, ਜੇਕਰ ਸਤੋ ਗੁਣ ਦੇ ਧਾਰਨੀ ਹੋਣਾ ਹੈ, ਮਹਾਰਾਜ ਕਹਿੰਦੇ ਜਦੋਂ ਸਤ ਸੰਗਤ ਕਰਨੀ ਹੈ ਤੇ ਸਤਿਗੁਰੂ ਜੀ ਕਹਿੰਦੇ ਸਾਰਾ ਜਿਹੜਾ ਧਿਆਨ ਹੈ ਉਹ ਸ਼ਬਦ ਦੇ ਵਿੱਚ ਜੋੜ ਕੇ ਰੱਖਣਾ ਹੈ ਔਰ ਆਪਣੀਆਂ ਅੱਖਾਂ ਉੱਥੇ ਰੱਖਣੀਆਂ ਨੇ ਜਿੱਥੋਂ ਸ਼ਬਦ ਪ੍ਰਗਟ ਹੋ ਰਿਹਾ ਹੈ, ਜਿੱਥੋਂ ਸ਼ਬਦ ਬੋਲਿਆ ਜਾ ਰਿਹਾ ਹੈ। ਗੁਰੂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਅੱਖਾਂ ਰੱਖਣੀਆਂ ਨੇ ਜਿੱਥੋਂ ਗੁਰੂ ਦਾ ਸ਼ਬਦ ਬੋਲਿਆ ਜਾ ਰਿਹਾ ਹੈ ਔਰ ਇਸ ਪ੍ਰਕਾਰ ਜਿਹੜਾ ਮਨ ਹੈ ਉਹ ਸ਼ਬਦ ਨਾਲ ਜੋੜ ਕੇ ਰੱਖਣਾ ਹੈ। ਅਰਥ ਵਾਸਤਵ ਸਮਝ ਸੋ ਧਰੀ ਹੈ, ਮਹਾਰਾਜ ਕਹਿੰਦੇ ਫੇਰ ਭਾਈ ਅਰਥਾਂ ਦੀ ਸਮਝ ਲੱਗੇਗੀ। ਜਿਵੇਂ ਸੰਗਤ ਜੀ ਇੱਕ ਵਾਰੀ ਇੱਕ ਪੰਡਤ ਨੇ ਸੁਣਾਉਣਾ ਕੀਤਾ, ਏਦਾਂ ਰਾਮ ਲੀਲਾ ਚੱਲ ਰਹੀ ਸੀ, ਸ਼੍ਰੀ ਰਾਮ ਜੀਆਂ ਦੀ ਕਥਾ ਸੁਣਾਉਣ ਲੱਗ ਗਿਆ ਇੱਕ ਪੰਡਤ ਗਿਆਨੀ, ਤੇ ਸੁਣਨ ਵਾਲੇ ਸੁਣੀ ਗਏ। ਜਦੋਂ ਸਮਾਪਤੀ ਹੋਈ
ਉਹ ਉੱਠ ਕੇ ਸੰਗਤ ਜੀ ਪੰਡਤ ਜੀ ਦੇ ਕੋਲ ਆਇਆ, ਕਹਿੰਦਾ ਪੰਡਤ ਜੀ ਕਥਾ ਤੇ ਬੜੀ ਸੋਹਣੀ ਸੁਣਾਈ ਹੈ, ਸ਼੍ਰੀ ਰਾਮ ਜੀਆਂ ਦਾ ਜ਼ਿਕਰ ਕੀਤਾ ਹੈ, ਪਰ ਸਮਝ ਤੇ ਮੈਨੂੰ ਬਹੁਤੀ ਲੱਗੀ ਨਹੀਂ। ਮੈਨੂੰ ਇੱਕ ਗੱਲ ਦੱਸ ਦੇ ਵੀ ਜਿਹੜਾ ਇਹ ਰਾਖਸ਼ ਸੀਗਾ, ਇਹ ਰਾਵਣ ਸੀ ਜਾਂ ਰਾਮ ਸੀ? ਤੇ ਫਿਰ ਉਹ ਪੰਡਤ ਨੇ ਹੱਥ ਜੋੜ ਕੇ ਕਿਹਾ, ਕਹਿੰਦੇ ਨਾ ਤਾਂ ਰਾਮ ਰਾਖਸ਼ ਹੈ, ਨਾ ਹੀ ਰਾਵਣ ਰਾਖਸ਼ ਹੈ, ਰਾਖਸ਼ ਤਾਂ ਤੂੰ ਹੈ ਤੇ ਮੈਂ ਉਹਨਾਂ ਨੂੰ ਸੁਣਾ ਰਿਹਾ ਹੈ ਜਿਨ੍ਹਾਂ ਦਾ ਮਨ ਹੀ ਕਿਤੇ ਹੋਰ ਉਡਾਰੀਆਂ ਮਾਰ ਰਿਹਾ ਹੈ। ਸਾਰਾ ਕੁਝ ਸੁਣਨ ਤੋਂ ਬਾਅਦ ਜਿਵੇਂ ਪੁੱਛ ਲਈਏ ਕਿ ਕੀ ਹੋਇਆ ਸੀ, ਕੀ ਗੱਲ ਬਣੀ ਸੀ, ਕਿਉਂ ਪਤਾ ਨਹੀਂ ਲੱਗਿਆ? ਕਿਉਂਕਿ ਸੰਗਤ ਜੀ ਅਸੀਂ ਰਜੋ ਤਮੋ ਗੁਣ ਦੇ ਧਾਰਨੀ ਹਾਂ, ਮਨ ਕਿਤੇ ਹੋਰ ਉਡਾਰੀਆਂ ਮਾਰ ਜਾਂਦਾ ਹੈ। ਜਿਹੜੇ ਸਤੋ ਗੁਣ ਦੇ ਧਾਰਨੀ ਨੇ, ਅੱਖਾਂ ਸੰਗਤ ਜੀ ਬਖਤੇ ਦੇ ਉੱਪਰ ਰੱਖਦੇ ਨੇ, ਔਰ ਜਿਹੜਾ ਮਨ ਹੈ ਉਹ ਸ਼ਬਦ ਦੇ ਵਿੱਚ ਟਿਕਾ ਕੇ ਰੱਖਦੇ ਨੇ। ਅਰਥ ਵਾਸਤਵ ਸਮਝ ਸੋ ਪਰੇ। ਫਿਰ ਸੰਗਤ ਜੀ ਅਰਥਾਂ ਦੀ ਸਮਝ ਲੱਗਦੀ ਹੈ। ਮਨ ਟਿਕ ਰੱਖੇ ਨਾ ਡੋਲ ਜਾਏ, ਮਨ ਨੂੰ ਟਿਕਾ ਕੇ ਰੱਖਦੇ ਨੇ, ਬਾਰ-ਬਾਰ ਮਨ ਨੂੰ ਮੋੜਦੇ ਹਨ, ਡੋਲਣ ਨਹੀਂ ਦਿੰਦੇ ਜੀ। ਤੌਗਨ ਸ਼ਾਂਤ ਕੇ ਲਖ ਪਾਏ। ਫੇਰ ਭਾਈ ਸਤੋ ਗੁਣ ਦੇ ਧਾਰਨੀ ਹੋਈਦਾ ਹੈ ਜਦੋਂ ਗੁਰੂ ਕੇ ਸ਼ਬਦਾਂ ਵਿੱਚ, ਕਥਾ ਕੀਰਤਨ ਵਿੱਚ ਮਨ ਜੋੜ ਕੇ ਰੱਖੀਦਾ ਹੈ। ਕਬ ਮਨ ਟਿਕੈ ਡੋਲ ਕਬ ਧਾਵੈ। ਪਰ ਸੰਗਤ ਜੀ ਵੈਸੇ ਤੇ ਕਦੇ ਮਨ ਡੋਲਦਾ ਹੈ, ਕਦੇ ਟਿਕਦਾ ਹੈ। ਇਹੀ ਰਾਜਸੀ ਗੁਣ ਆਦ ਕਾਵੈ। ਮਹਾਰਾਜ ਕਹਿੰਦੇ ਜਿਹੜੇ ਆਪਣਾ ਪੂਰਾ ਮਨ ਸ਼ਬਦ ਵਿੱਚ ਟਿਕਾ ਕੇ ਰੱਖਦੇ ਨੇ, ਔਰ ਅੱਖਾਂ ਨੂੰ ਜਾਂ ਤੇ ਬੰਦ ਕਰਕੇ ਰੱਖਦੇ ਨੇ, ਜਾਂ ਫਿਰ ਅੱਖਾਂ ਨੂੰ ਉਹ ਸ਼ਬਦ ਦੇ ਵਿੱਚ ਲਾ ਕੇ ਰੱਖਦੇ ਨੇ, ਉਹ ਸਤੋ ਗੁਣ ਦੇ ਧਾਰਨੀ ਹੁੰਦੇ ਨੇ। ਜਿਨ੍ਹਾਂ ਦਾ ਮਨ ਕਦੇ ਟਿਕ ਜਾਂਦਾ ਹੈ, ਥੋੜੀ ਜਿਹੀ ਗੱਲ ਸੁਣ ਲਈ, ਫੇਰ ਕਿਤੇ ਉਡਾਰੀ ਮਾਰ ਗਿਆ ਮਨ, ਫੇਰ ਵਾਪਸ ਆ ਗਿਆ। ਕਦੇ ਮਨ ਟਿਕੇ ਔਰ ਕਦੇ ਮਨ ਡੋਲੇ, ਐਸੇ ਲੋਕ ਰਜੋ ਗੁਣ ਦੇ ਧਾਰਨੀ ਹੁੰਦੇ ਨੇ। ਜਿਨ ਠਹਿਰੈ ਸਮਝ ਨ ਆਵੈ। ਮਹਾਰਾਜ ਕਹਿੰਦੇ ਨਾ ਤੇ ਭਾਈ ਆਪ ਠਹਿਰੇ ਸਤ ਸੰਗਤ ਦੇ ਵਿੱਚ ਉਦੋਂ ਹੀ ਚਲਿਆ ਜਾਵੇ, ਤੇ ਨਾ ਹੀ ਮਹਾਰਾਜ ਕਹਿੰਦੇ ਮਨ ਠਹਿਰੇ, ਨਾ ਤੇ ਆਪ ਠਹਿਰੇ। ਜੇ ਆਪ ਠਹਿਰ ਜਾਵੇ ਤੇ ਮਨ ਨਾ ਠਹਿਰੇ। ਜੇ ਮਨ ਠਹਿਰਨ ਲੱਗੇ, ਕੁਝ ਸਮਝਣ ਲੱਗਣ ਲੱਗੇ, ਤੇ ਆਪ ਉੱਠ ਕੇ ਤੁਰ ਜਾਵੇ, ਕਾਹਲ ਪੈਣ ਲੱਗ ਜਾਵੇ। ਐਸੇ ਜੋ ਲੋਕ ਹਨ, ਇਕੀ ਤਾਮਸੀ ਗੁਣ ਵਰਤਾਵੇ। ਇਹ ਭਾਈ ਤਮੋ ਗੁਣ ਦੇ ਧਾਰਨੀ ਹੁੰਦੇ ਨੇ। ਮਹਾਰਾਜ ਕਹਿੰਦੇ ਇਹ ਤਮੋ ਗੁਣ ਦੇ ਧਾਰਨੀ ਨੇ। ਸਤਗੁਣ ਤੇ ਬ੍ਰਿਤ ਹੋਏ ਇਕਾਗਰ। ਜਿਹੜੇ ਸਤੋ ਗੁਣ ਦੇ ਧਾਰਨੀ ਹਨ ਸੰਗਤ ਜੀ, ਉਹਨਾਂ ਦਾ ਮਨ ਛੇਤੀ ਇਕਾਗਰ ਹੋ ਜਾਂਦਾ ਹੈ। ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ। ਐਸੇ ਲੋਕ ਹੁੰਦੇ ਨੇ ਜਿਹੜੇ ਇਹਨਾਂ ਦਾ ਮਨ ਬੜਾ ਇਕਾਗਰ ਹੁੰਦਾ ਹੈ। ਕਿਤੇ ਧਿਆਨ ਹੋਵੇ ਸੰਗਤ ਜੀ, ਕੋਈ ਗੱਲ ਕਹੇ ਤੇ ਇਹਨਾਂ ਨੂੰ ਝਟ ਪਤਾ ਲੱਗ ਜਾਂਦਾ ਹੈ ਕਿ ਫਲਾਣਾ ਆਹ ਬੋਲਿਆ ਹੈ, ਆਹ ਕਥਾ ਹੋਈ, ਆਹ ਕੀਰਤਨ ਹੋਇਆ, ਇਹਦੇ ਅਰਥ ਇਹ ਬਣਦੇ ਨੇ। ਪ੍ਰਾਪਤ ਆਤਮ ਗਿਆਨ ਉਜਾਗਰ। ਫਿਰ ਐਸਿਆਂ ਲੋਕਾਂ ਨੂੰ ਉਸ ਆਤਮਾ ਤੇ ਪਰਮਾਤਮਾ ਦਾ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ ਜੀ। ਧਾਰ ਕਸੂਰ ਸੁਨਹੁ ਕਰ ਪ੍ਰੀਤ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜ ਭਾਗਾ। ਜਿਨ੍ਹਾਂ ਨੂੰ ਐਸਾ ਗਿਆਨ ਦਾ ਰੰਗ ਲੱਗ ਜਾਂਦਾ ਹੈ ਨਾ, ਸੇਵਾ ਸਿਮਰਨ ਦਾ, ਸਤ ਸੰਗਤ ਦਾ ਰੰਗ ਚੜ ਜਾਂਦਾ ਹੈ, ਉਹ ਬੜੇ ਸੰਗਤ ਜੀ ਸੂਰਮੇ ਅਖਵਾਉਂਦੇ ਨੇ। ਜਿਹੜੇ ਆਪਣੇ ਮਨ ਦੇ ਨਾਲ ਝਗੜਾ ਕਰਦੇ, ਮਨ ਦੇ ਨਾਲ ਜੰਗ ਕਰਦੇ ਨੇ ਸੰਗਤ ਜੀ। ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਗੁਰੂ ਕਲਗੀਧਰ ਮਹਾਰਾਜ ਰਹਿਤਨਾਮਿਆਂ 'ਚ ਬਚਨ ਕਰਦੇ ਨੇ ਕਿ ਖਾਲਸਾ ਕੌਣ ਹੈ? ਜਿਹੜਾ ਨੀਂਦ ਦੇ ਨਾਲ ਜੰਗ ਕਰਕੇ ਉੱਠ ਕਰੇ, ਫਿਰ ਨਿਤਨੇਮ ਕਰੇ ਤੇ ਮਨ ਦੇ ਵਿੱਚ ਬਾਰ-ਬਾਰ ਵਿਕਾਰ ਆਉਣ, ਫਿਰ ਉਹਨਾਂ ਨਾਲ ਜੰਗ ਕਰੇ, ਤੇ ਫਿਰ ਏਦਾਂ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਕਿਰਤ ਕਮਾਈਆਂ ਨਾਲ ਜੰਗ ਕਰੇ, ਵਾਧੂ ਹੱਡ ਤੋੜਵੀਂ ਮਿਹਨਤ ਕਰੇ। ਤੇ ਜਦੋਂ ਕੋਈ ਗੁਰੂ ਕਾ ਨਿੰਦਕ ਮਿਲ ਜਾਵੇ, ਕੋਈ ਗੁਰੂ ਤੇ ਉਂਗਲ ਚੱਕਣ ਵਾਲਾ ਮਿਲ ਜਾਵੇ, ਫਿਰ ਜਿਹੜੀ ਗਾਤਰੇ ਕਿਰਪਾਨ ਹੈ ਉਹ ਛੇਤੀ ਹੀ ਸੀਸ ਭੇਟ ਕਰ ਦੇਵੇ। ਮਹਾਰਾਜ ਕਹਿੰਦੇ ਐਸੇ ਸੂਰਮੇ ਬਣਦੇ ਨੇ ਭਾਈ, ਐਸੇ ਸੂਰਮੇ ਅਖਵਾਉਂਦੇ ਨੇ। ਅੰਮ੍ਰਿਤ ਵੇਲੇ ਉੱਠਣਾ, ਉੱਠ ਕਰਕੇ ਸੰਗਤ ਜੀ ਗੁਰੂ ਘਰ ਆਉਣਾ, ਸਤ ਸੰਗਤ ਕਰਨੀ, ਸੇਵਾ ਸਿਮਰਨ ਕਰਨਾ, ਇਹ ਸੰਗਤ ਜੀ ਸੂਰਮਿਆਂ ਦੇ ਹਿੱਸੇ ਆਉਣ ਵਾਲੀਆਂ ਗੱਲਾਂ ਨੇ। ਜਿਹੜੇ ਬੁਝਦਿਲ ਲੋਕ ਹੁੰਦੇ ਨੇ
ਸੰਗਤ ਜੀ ਜਦੋਂ ਸਪੀਕਰ ਚੱਲਦਾ ਹੈ ਹੋਰ ਰਜਾਈ ਨੂੰ ਘੁੱਟਦੇ ਨੇ, ਕਮਰੇ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਕਿ ਕਿਤੇ ਗੁਰੂ ਦਾ ਸ਼ਬਦ ਕੰਨੀ ਪੈ ਨਾ ਜਾਵੇ। ਅੰਮ੍ਰਿਤ ਵੇਲੇ ਉੱਠਣਾ ਤੇ ਦੂਰ ਦੀ ਗੱਲ ਹੈ, ਸੇਵਾ ਸਿਮਰਨ ਕਰਨਾ, ਸਤ ਸੰਗਤ ਕਰਨੀ ਬੁਝਦਲਾਂ ਦੇ ਵੱਸ ਦੀ ਗੱਲ ਨਹੀਂ। ਜੋ ਆਪ ਜੀ ਆ ਕੇ ਬਰਾਜਦੇ ਹੋ, ਇਹ ਸੂਰਮ ਗਤੀ ਦੀ ਸੰਗਤ ਜੀ ਨਿਸ਼ਾਨੀ ਹੈ। ਇਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਹਨ। ਮਹਾਰਾਜ ਸੁਲਤਾਨਪੁਰ ਲੋਧੀ ਤੋਂ ਆਏ ਹੋਏ 16 ਗੁਰਸਿੱਖਾਂ ਨੂੰ ਰਜੋ ਤਮੋ ਸਤੋ ਗੁਣ ਦੇ ਬਾਰੇ ਦੱਸ ਰਹੇ ਨੇ ਕਿ ਕੈਸੇ ਇਹ ਲੋਕਾਂ ਵਿੱਚ ਗੁਣ ਹੁੰਦੇ ਨੇ। ਕੋਈ ਰਜੋ ਗੁਣ ਵਾਲਾ ਹੈ, ਕੋਈ ਤਮੋ ਗੁਣ ਵਾਲਾ ਹੈ, ਔਰ ਸਤੋ ਗੁਣ ਵਾਲਾ ਕੋਈ ਵਿਰਲਾ ਹੁੰਦਾ ਹੈ। ਔਰ ਇਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਹਨ। ਆਉਣ ਵਾਲੇ ਇਤਿਹਾਸ ਦੇ ਵਿੱਚ ਮਹਾਰਾਜ ਇਹਨਾਂ ਗੁਰਸਿੱਖਾਂ ਨੂੰ ਹੋਰ ਉਪਦੇਸ਼ ਦੇ ਕਰਕੇ ਸਿੱਖਿਆ ਦੇਣਗੇ। ਅਸੀਂ ਵੀ ਉਹ ਸਿੱਖਿਆ ਪ੍ਰਾਪਤ ਕਰੀਏ, ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਦਾ ਇਤਿਹਾਸ ਸੁਣ ਕਰਕੇ ਆਪਣਾ ਜੀਵਨ ਸਵਾਰੀਏ, ਬੱਚਿਆਂ ਦਾ ਜੀਵਨ ਸਵਾਰੀਏ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਲੜ ਲੱਗੀਏ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰ ਤੇ ਆ ਕੇ ਸੇਵਾ ਸਿਮਰਨ ਕਰੀਏ। ਪੂਰੇ ਗੁਰੂ ਦੇ ਲੜ ਲੱਗਾਂਗੇ ਸੰਗਤ ਜੀ, ਸੰਸਾਰ ਦੇ ਵਿੱਚ ਪੂਰੇ ਹੋ ਜਾਵਾਂਗੇ। ਕਦੇ ਸੰਗਤ ਜੀ ਇਹ ਲੁਕ ਛੁਪ ਕੇ ਆਉਣ ਵਾਲੀ ਖੇਡ ਨਹੀਂ ਗੁਰੂ ਘਰ। ਹੋਰ ਕਿਤੇ ਜਾਂਦੇ ਹੋ ਤੇ ਬੜਾ ਲੁਕ ਛੁਪ ਕੇ ਝੂਠ ਬੋਲਦੇ ਆ। ਜੇਕਰ ਕੋਈ ਪੁੱਛਦਾ ਹੈ ਕਿੱਥੋਂ ਆਏ ਹੋ, ਕਿੱਥੇ ਚੱਲੇ ਆ, ਪਰ ਬੜੇ ਮਾਣ ਦੇ ਨਾਲ ਕਹਿੰਦੇ ਆ ਕਿ ਗੁਰੂ ਘਰ ਤੋਂ ਆਏ ਹਾਂ, ਗੁਰਬਾਣੀ ਪੜ੍ਹ ਕੇ ਆਏ ਹਾਂ, ਸੇਵਾ ਸਿਮਰਨ ਕਰਕੇ ਆਏ ਹਾਂ। ਇੱਦਾਂ ਹੀ ਸੰਗਤ ਜੀ ਮਾਣ ਬਣਿਆ ਰਹੇ, ਗੁਰੂ ਤੇ ਮਾਣ ਬਣਿਆ ਰਹੇ, ਗੁਰੂ ਤੇ ਮਾਣ ਕਰਦੇ ਰਹੀਏ। ਕਿਉਂਕਿ ਮਹਾਰਾਜ ਜੀਆਂ ਦੇ ਵਚਨ ਹਨ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹੋ ਨਿਹਚਲ ਚੌਰ ਛਤ। ਗੁਰੂ ਗ੍ਰੰਥ ਸਾਹਿਬ ਜੀਆਂ ਦਾ ਦਰ ਸਭ ਤੋਂ ਵੱਡਾ ਹੈ ਔਰ ਸੱਚਾ ਤਖਤ ਹੈ ਸੰਗਤ ਜੀ, ਝੂਠ ਦਾ ਤਖਤ ਨਹੀਂ। ਇਹ ਸੱਚਾ ਤਖਤ ਹੈ ਜਿਸ ਤਖਤ ਦੇ ਸਾਹਮਣੇ ਆਪ ਜੀ ਵਿਰਾਜਦੇ ਹੋ। ਸੱਚਿਆਂ ਦੇ ਲੜ ਲੱਗ ਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਆਓ ਇੱਥੇ ਹੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਪਰਲੋਕ ਸਵਰ ਸਕੇ। ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ। ਅੱਜ ਦੀ ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵੜਿਆ ਜਾ, ਸ਼ਬਦ ਕਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਾਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹਮ ਵਿਸਾਰੀ। ਕਾਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਦਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁਖਾ ਸਭ ਗਵਾਇਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਇਆ, ਸਦਾ ਕੁਰਬਾਨ ਕੀਤਾ ਗੁਰ ਵਿਟਹੁ। ਜੈਸੀ ਹੈ ਇਹ ਵਡਿਆਈਆ, ਕਾਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਹਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ। ਨਾਮ ਹਰਿ ਕੈ ਲਾਗੇ, ਕਾਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਬਾਜੇ, ਅਨੰਦ ਸਨਹੁ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ। ਉਤਰੇ ਸਗਲ ਵਿਸੂਰੇ, ਦੁਖ
ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।